हाँ जी। देखो ਅੱਜ ਜੋ ਆਪਾਂ ਪੈਰਾ ਕਰਨਾ ਜੀ ਐਕਚੁਅਲ ਦੇ ਵਿੱਚ ਜੋ ਟਾਸਕ ਕਰਨਾ ਵਾ ਉਹ ਤੁਹਾਡਾ ਕੱਲ ਵਾਲਾ ਮੌਕ ਟੈਸਟ ਵਾਲਾ ਵਾ ਜੀ। ਜੋ ਅੱਜ ਆਪਾਂ ਟਾਸਕ ਕਰਨਾ ਵਾ ਉਹ ਤੁਹਾਡਾ ਜੋ ਕੱਲ ਤੁਹਾਨੂੰ ਮੌਕ ਟੈਸਟ ਵਿੱਚ ਪਾਇਆ ਸੀਗਾ ਜੀ। ਵਧੀਆ ਲਿਖਿਆ ਸੀ ਵੈਸੇ ਸਾਰਿਆਂ ਦਾ। 2-4 ਟੈਸਟ ਰਹਿੰਦੇ ਆ ਚੈੱਕ ਕਰਨ ਵਾਲੇ ਜੋ ਮੈਂ ਤੁਹਾਨੂੰ ਅੱਜ ਕਲਾਸ ਤੋਂ ਬਾਅਦ ਚੋਂ ਕਰਕੇ ਦਊਂਗਾ ਜੀ। ਮੋਸਟਲੀ ਬਾਕੀ ਸਾਰਿਆਂ ਦੇ ਹੋ ਹੀ ਗਏ। ਜਿਨ੍ਹਾਂ ਦੇ ਰਹਿ ਗਏ ਉਹ ਮੈਨੂੰ ਇੱਕ ਵਾਰੀ ਮੈਸੇਜ ਕਰ ਦਿਓ। ਤਾਂ ਕੀ ਹੈ ਜੀ ਅੱਜ ਵਾਲਾ ਆਪਣਾ ਜੋ ਕੱਲ ਕੀਤਾ ਹੀ ਹੈ ਤੁਹਾਨੂੰ ਸਟੇਟਮੈਂਟ ਤਾਂ ਸਮਝ ਲੱਗੀ ਹੋਈ ਹੈ ਜੀ। ਤੇ ਕੀ ਕਿਹਾ ਜੀ ਇਹਨਾਂ ਨੇ ਕਹਿੰਦੇ ਸਮ ਪੀਪਲ ਥਿੰਕ ਦੈਟ ਕੋਈ ਲੋਕੀ ਸੋਚਦਾ ਕਿ ਜਿਹੜੇ ਬੌਸ ਹੁੰਦਾ ਵਾ ਜਿਹੜਾ ਐਮਪਲੋਇਰਸ ਹੁੰਦੇ ਆ should not care about ਉਹਨਾਂ ਨੂੰ ਕਿਹਦੀ ਕੇਅਰ ਨਹੀਂ ਕਰਨੀ ਚਾਹੀਦੀ the way their employees dress ਕਿ ਉਹਨਾਂ ਦੇ EMPLOYEES ਜਿਹੜੇ ਹੈਗੇ ਆ ਉਹ ਕੀ ਪਾਉਂਦੇ ਆ because what matters ਕਿਉਂਕਿ ਕਹਿੰਦੇ ਜਿਹੜੀ ਚੀਜ਼ ਮੈਟਰ ਕਰਦੀ ਆ ਉਹ ਹੁੰਦੀ ਆ quality of their work ਕਹਿੰਦੇ ਕਿਸ ਹੱਦ ਤੱਕ ਤੁਸੀਂ ਐਗਰੀ ਹੋ ਜਾਂ ਡਿਸਐਗਰੀ ਹੋ ਕਿ ਕੀ ਤੁਹਾਨੂੰ ਤੁਸੀਂ ਐਗਰੀ ਹੋ ਜਾਂ ਡਿਸਐਗਰੀ ਹੋ ਕਿਹੜੀ ਗੱਲ ਨਾਲ ਕਿ ਉਹਨਾਂ ਨੂੰ ਉਹਨਾਂ ਦੀ ਯੂਨੀਫਾਰਮ ਦੇ ਬਾਰੇ ਨਹੀਂ ਕਹਿੰਦੇ ਕੇਅਰ ਕਰਨੀ ਚਾਹੀਦੀ। ਤਾਂ ਹੁਣ ਦੇਖੋ ਇਹਦੇ ਵਿੱਚ ਫੁੱਲੀ ਵੀ ਹੋਇਆ ਜਾ ਸਕਦਾ ਸੀ ਫੁੱਲੀ ਐਗਰੀ ਜਾਂ ਫੁੱਲੀ ਡਿਸਐਗਰੀ ਵੀ ਜਾਂ ਪਾਰਸ਼ੀਅਲੀ ਵੀ ਜੀ। ਤਿੰਨ ਤਰੀਕੇ ਇਹਦੇ ਵਿੱਚ ਆਪਣੇ ਕੋਲ ਸੀਗੇ ਤੇ ਆਪਾਂ ਦੇਖਣਾ ਕਿ ਸੋਲੂਸ਼ਨ ਕਿੱਦਾਂ ਲਿਖਿਆ ਜੀ। ਸਾਈਮਨ ਦਾ ਲਿਖਿਆ ਹੋਇਆ ਟਾਸਕ ਕਹਿੰਦੇ ਵਿੱਚ ਸਾਈਮਨ ਹਾਂਜੀ ਜੀ। ਤੇ ਕੀ ਕਹਿੰਦੇ ਜੀ ਇਹਦੇ ਚ ਕਹਿੰਦੇ ਜੀ ਮਾਡਰਨ ਵਰਕ ਪਲੇਸ ਦੇ ਵਿੱਚ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਜਦੋਂ ਪੈਰਾਫਰੇਜ਼ ਕਰਨ ਲੱਗਦੇ ਹੁੰਨੇ ਹੋ ਤਾਂ ਤੁਸੀਂ ਦੇਖਿਆ ਕਰੋ ਜੀ ਕਿ ਤੁਹਾਡਾ ਸਮ ਪੀਪਲ ਸਬਜੈਕਟ ਆ ਥਿੰਕ ਤੁਹਾਡੀ ਵਰਬ ਆ ਯਾਨੀ ਕਿ ਇਹ ਪ੍ਰੈਜ਼ੈਂਟ ਅਨਡੈਫੀਨੇਟ ਲਾਇਆ ਇਹਨਾਂ ਨੇ ਪ੍ਰੈਜ਼ੈਂਟ ਅਨਡੈਫੀਨੇਟ ਬਾਅਦ ਚੋਂ ਦੈਟ ਤੋਂ ਬਾਅਦ ਚੋਂ ਇਹਨਾਂ ਨੇ ਇੱਕ ਨਵਾਂ ਸੈਂਟੈਂਸ ਸਟਾਰਟ ਕੀਤਾ ਹੋਇਆ ਵਾ ਜੀ ਤੇ ਬਾਅਦ ਚੋਂ ਆ ਹੁੰਦੀ ਫਾਰਮੇਸ਼ਨ ਆ ਤੁਹਾਡੇ ਕੋਲੇ ਤੇ ਬਿਕੋਜ਼ ਤੋਂ ਪਹਿਲਾਂ ਵੈਸੇ ਕੋਮਾ ਲੱਗਣਾ ਨਹੀਂ ਸੀ ਇਹਨਾਂ ਨੇ ਬਿਕੋਜ਼ ਲਾ ਕੇ ਬਾਅਦ ਚੋਂ ਜੋੜਿਆ। ਤੁਸੀਂ ਨਾਲ ਨਾਲ ਸੈਂਟੈਂਸ ਫਾਰਮੇਸ਼ਨ ਵੀ ਦੇਖਣੀ ਹੁੰਦੀ ਹੈ ਜੀ ਤੇ ਸੈਂਟੈਂਸ ਫਾਰਮੇਸ਼ਨ ਵੀ ਚੇਂਜ ਕਰਨੀ ਹੁੰਦੀ ਤੁਸੀਂ ਕੱਲਾ ਵਰਡ ਹੀ ਨਹੀਂ ਚੇਂਜ ਕਰਨੇ ਹੁੰਦੇ। ਤਾਂ ਇਹਨਾਂ ਨੇ ਕੀ ਕਿਹਾ ਜੀ ਜਾਨੀ ਕਿ ਮਾਡਰਨ ਵਰਲਡ ਨਹੀਂ ਲਿਖਿਆ ਜੀ ਇਹਨੇ ਲਿਖਿਆ ਮਾਡਰਨ ਵਰਕ ਪਲੇਸ ਦੇ ਵਿੱਚ ਡਰੈਸ ਕੋਡ ਜਿਹੜਾ ਹੈਗੇ ਆ ਜੀ ਡਰੈਸ ਕੋਡਸ ਕਹਿੰਦੇ ਚੇਂਜ ਹੋ ਰਹੇ ਆ ਜੀ ਕਹਿੰਦੇ ਕਿਉਂਕਿ ਜਿਹੜੇ ਕਹਿੰਦੇ ਬੌਸ ਆ ਜੀ ਜਿਹੜੇ EMPLOYERS ਹੈਗੇ ਆ ਫੋਕਸ ਔਨ ਉਹ ਕਾਦੇ ਉੱਪਰ ਫੋਕਸ ਕਰਦੇ ਆ ਜੀ ਮੋਰ ਔਨ ਰਿਜ਼ਲਟ। ਉਹਨਾਂ ਨੇ ਕੀ ਕਹਿਤਾ ਸੀਗਾ ਜੀ ਕੁਆਲਿਟੀ ਆਫ देयर ਵਰਕ ਇਹਨਾਂ ਨੇ ਕਹਤੇ ਰਿਜ਼ਲਟ ਦੈਨ ਕਿੰਦੀ ਬਜਾਏ ਜੀ ਦੈਨ ਔਨ ਦਾ ਰੂਲਸ ਦੀ ਬਜਾਏ ਕਹਿੰਦੇ ਜੀ ਰਿਜ਼ਲਟ ਦੇ ਉੱਪਰ ਫੋਕਸ ਕਰਦੇ ਆ ਤਾਂ ਕਰਕੇ ਡਰੈਸ ਕੋਡ ਕੀ ਹੋ ਰਹੀਆਂ ਚੇਂਜ ਹੋ ਰਹੀਆਂ ਰੂਲਸ ਦੈਟ ਹਾਂਜੀ EMPLOYEES ਮਸਟ ਫੋਲੋ ਕਹਿੰਦੇ ਜੀ ਡਰੈਸ ਕੋਡ ਚੇਂਜ ਹੋ ਰਹੇ ਆ ਕਿਉਂਕਿ ਹੁਣ ਦੇ ਸਮੇਂ ਜਿਹੜੇ ਬੌਸ ਆ ਫੋਕਸ ਕਰਤੇ ਕਰ ਰਹੇ ਆ ਜੀ ਉਹ ਰਿਜ਼ਲਟ ਉੱਪਰ ਕਰ ਰਹੇ ਆ ਕਿੰਦੀ ਬਜਾਏ ਰੂਲਸ ਦੀ ਬਜਾਏ ਜਿਹੜੇ ਉਹਨਾਂ ਦੇ ਵਰਕਰਸ ਨੂੰ ਫੋਲੋ ਕਰਨੇ ਚਾਹੀਦੇ ਆ। ਹੁਣ ਦੇਖੋ ਪਾਰਸ਼ੀਅਲੀ ਜਾਣ ਤੁਸੀਂ ਜਦੋਂ ਜਾਣਾ ਹੋਵੇ ਤਾਂ ਤੁਸੀਂ ਵਾਈਲ ਲਾ ਕੇ ਵੀ ਜਾ ਸਕਦੇ ਹੋ ਜਾਂ ਤੁਸੀਂ ਆਲਦੋ ਲਾ ਕੇ ਵੀ ਲਿਖ ਸਕਦੇ ਹੋ ਜੀ ਆਪਣੀ ਪਾਰਸ਼ੀਅਲ ਸਟੇਟਮੈਂਟ ਜਿਨ੍ਹਾਂ ਦੇ ਵਿੱਚ ਦੋਨੇ ਜਗ੍ਹਾ ਤੁਸੀਂ ਇੱਕ ਜਗ੍ਹਾ ਤੇ ਆਈ ਐਗਰੀ ਲਾ ਸਕਦੇ ਹੋ ਇੱਕ ਜਗ੍ਹਾ ਤੇ ਬਲੀਵਰ ਲਾ ਸਕਦੇ ਹੋ ਯਾਨੀ ਕਿ ਤੁਸੀਂ ਦੋਨੇ ਪਾਸੇ ਹੀ ਹੋ। ਤਾਂ ਕੀ ਕਹਿੰਦੇ ਜੀ ਕਹਿੰਦਾ ਜੀ ਭਾਵੇਂ ਮੈਂ ਜਾਨੀ ਕਿ ਮੰਨਦਾ ਵਾਂ ਦੈਟ ਦਾ ਵੇ ਪੀਪਲ ਡਰੈਸ ਭਾਵੇਂ ਮੈਂ ਮੰਨਦਾ ਵਾਂ ਕਿ ਜਿਹੜਾ ਵੇ ਆ ਜਿਹਦੇ ਰਾਹੀਂ ਪੀਪਲ ਡਰੈਸ ਹੁੰਦੇ ਆ ਬਈ ਯਾਨੀ ਕਿ ਯੂਨੀਫਾਰਮ ਪਾਉਂਦੇ ਆ ਜਾਂ ਨਹੀਂ ਕਲੋਥ ਪਾਉਂਦੇ ਆ ਸ਼ੁੱਡ ਬੀ ਸੀਨ ਇਹ ਦੇਖਿਆ ਜਾਣਾ ਚਾਹੀਦਾ ਕਿਹੜੀ ਨਿਗਾਹ ਨਾਲ ਦੇਖਿਆ ਜਾਣਾ ਚਾਹੀਦਾ ਜੀ ਇਹ ਦੇਖਿਆ ਜਾਣਾ ਚਾਹੀਦਾ ਕਿ ਰੈਲੇਵੈਂਟ ਇਹਦਾ ਮਤਲਬ ਕਿ ਨੋਟ ਰੈਲੇਵੈਂਟ ਬਈ ਕਹਿੰਦੇ ਜੀ ਭਾਵੇਂ ਕਿ ਮੈਂ ਮੰਨਦਾ ਕਿ ਜਿਹੜਾ ਇਹ ਵੇ ਹੈ ਜੀ ਡਰੈਸ ਵਾਲਾ ਇਹਨੂੰ ਆਪਾਂ ਨੂੰ ਕਿਹੜੀ ਨਿਗਾਹ ਦੇ ਨਾਲ ਦੇਖਣਾ ਚਾਹੀਦਾ ਵਾ ਕਿ ਬਈ ਇਹ ਰੈਲੇਵੈਂਟ ਨਹੀਂ ਹੈਗਾਗਾ ਮੈਨੀ ਉਹ ਕਹਿਣ ਕਿ ਵਰਕ ਕੰਟੈਂਟਸ ਦੇ ਵਿੱਚ ਬਟ ਮੈਂ ਮੰਨਦਾ ਵਾਂ ਜੀ ਕਿ ਡਰੈਸ ਕੋਡ ਜਿਹੜੀ ਹੈਗੀ ਆ ਸਟਿਲ ਜਾਨੀ ਕਿ ਵਧੀਆ ਵਾ ਕਹਿੰਦੇ ਜੀ ਹਾਂਜੀ ਸਟਿਲ ਐਗਜ਼ਿਸਟ ਫॉर ਗੁੱਡ ਰੀਜ਼ਨ ਇਨ ਸਰਟਨ ਪ੍ਰੋਫੈਸ਼ਨ। ਹੁਣ ਦੇਖੋ ਹਾਂਜੀ ਇਹਨੇ ਕੀ ਕਿਹਾ ਜੀ ਦੇਖੋ ਕਹਿਣਾ ਚਾਹੁੰਦਾ ਵਾ ਜੀ ਕਿ ਮੈਂ ਜਾਨੀ ਕਿ ਪਾਰਸ਼ੀਅਲੀ ਆ ਕਹਿੰਦਾ ਮੈਨੂੰ ਲੱਗਦਾ ਕਿ ਕੁਝ ਜਾਨੀ ਕਿ ਵਰਕਸ ਦੇ ਵਿੱਚ ਤਾਂ ਯੂਨੀਫਾਰਮ ਜਿਹੜੀ ਹੈਗੀ ਹੈ ਜੀ ਉਹਦਾ ਕੋਈ ਰੈਲੇਵੈਂਟ ਨਾ ਹੋਣਾ ਹੀ ਜ਼ਰੂਰੀ ਹੈ ਜੀ ਕਹਿੰਦੇ ਬਈ ਉਧਰਲੇ ਪਾਸੇ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਬਟ ਕਹਿੰਦੇ ਨਾਲ ਨਾਲ ਮੈਨੂੰ ਇਦਾਂ ਵੀ ਲੱਗਦਾ ਕਿ ਸਟਿਲ ਕਹਿੰਦਾ ਕੁਝ ਪ੍ਰੋਫੈਸ਼ਨ ਤਾਂ ਹੈਗੇ ਆ ਕਿ ਜਿੱਥੇ ਯੂਨੀਫਾਰਮ ਹੋਣੀ ਚਾਹੀਦੀ ਹੈ। ਤਾਂ ਦੇਖੋ ਇਹ ਜੇ ਟੋਟਲੀ ਐਗਰੀ ਹੋਵੇ ਤਾਂ ਮਤਲਬ ਕੀ ਆ ਕਿ ਜੀ ਕਿਸੇ ਵੀ ਵਰਕ ਫੋਰਸ ਦੇ ਵਿੱਚ ਯੂਨੀਫਾਰਮ ਨਹੀਂ ਹੋਣੀ ਚਾਹੀਦੀ। ਹੁਣ ਇਹ ਪਾਰਸ਼ੀਅਲੀ ਕਿਹੜੀ ਕੰਡੀਸ਼ਨ ਲਾ ਕੇ ਗਿਆ ਵਾ ਕਹਿੰਦਾ ਜੀ ਕੁਝ ਪ੍ਰੋਫੈਸ਼ਨਸ ਆ ਜਿਨ੍ਹਾਂ ਵਿੱਚ ਨਹੀਂ ਹੋਣੀ ਚਾਹੀਦੀ ਬਈ ਉਹ ਜਾਨੀ ਕਿ ਰੈਲੇਵੈਂਟ ਨੋਟ ਹੋਵੇ ਜੀ ਕਹਿੰਦਾ
ਤੇ ਜੀ ਕਹਿੰਦਾ ਪਰ ਕੁਝ ਜਾਣੀ ਕਿ ਪ੍ਰੋਫੈਸ਼ਨਸ ਹੈਗੇ ਆ ਜਿਨ੍ਹਾਂ ਵਿੱਚ ਮੈਂ ਮੰਨਦਾ ਕਿ ਉਹ ਹੋਣੀ ਚਾਹੀਦੀ ਹੈ ਜੀ, ਜਾਣੀ ਕਿ ਪਾਰਸ਼ੀਅਲੀ ਜਾਣ ਦਾ ਇਹਨਾਂ ਦਾ ਬਸ ਇੱਕ ਤਰੀਕਾ ਕਿ ਕੁਝ ਕੁ 'ਚ ਹੋਣੀ ਚਾਹੀਦੀ ਆ, ਕੁਝ ਕੁ 'ਚ ਨਾ ਵੀ ਹੋਊਗਾ ਤਾਂ ਕੋਈ ਆਪਾਂ ਨੂੰ ਡਰ ਵਾਲੀ ਗੱਲ ਨਹੀਂ, ਕੋਈ ਖਤਰੇ ਵਾਲੀ ਗੱਲ ਨਹੀਂ ਉੱਥੇ। ਤਾਂ ਦੇਖੋ ਇਹਨਾਂ ਨੇ ਹੁਣ ਪਹਿਲਾ ਪਾਸਾ ਆ ਲਿਆ ਜੀ, ਇਹਨਾਂ ਨੇ ਕੀ ਕਹਿਣ ਦੇ ਵਿੱਚ ਕਹਿੰਦਾ ਜੇ ਆਪਾਂ ਇੱਕ ਪਾਸੇ ਦੇਖੀਏ ਤਾਂ ਮੈਨੀ ਇੰਪਲੋਇਰਸ ਜਿਹੜੇ ਹੈਗੇ ਆ ਹੈਵ ਸਟਾਪਡ, ਉਹ ਸਟਾਪ ਕਰ ਚੁੱਕੇ ਆ ਜੀ। ਕੀ ਸਟਾਪ ਕਰ ਚੁੱਕੇ ਆ ਜੀ? ਟੈਲਿੰਗ देयर ਸਟਾਫ, ਆਪਣੇ ਸਟਾਫ ਨੂੰ ਕਹਿਣਾ, ਕੀ ਕਹਿਣਾ ਜੀ? ਹਾਊ ਟੂ ਡਰੈਸ, ਵੀ ਤੁਸੀਂ ਕਿਵੇਂ ਜਾਂ ਕਿਹੜੀ ਯੂਨੀਫਾਰਮ ਪਾਉਣੀ ਹੈ। ਕਹਿੰਦੇ ਜੀ ਕੁਝ ਕੁ ਜਿਹੜੇ ਇੰਪਲੋਇਰਸ ਹੈਗੇ ਆ ਉਹ ਸਟਾਪ ਕਰ ਚੁੱਕੇ ਆ ਜੀ। ਤੇ ਨਾਲ ਇਹਨੇ ਕੰਪਾਊਂਡ ਸੈਂਟੈਂਸ ਬਣਾਇਆ ਜੀ, ਧਿਆਨ ਨਾਲ ਦੇਖਿਓ, ਜਦੋਂ ਹੀ ਜਿਹੜੀ ਇਹ ਕੰਜੰਕਸ਼ਨ ਹੈ ਦੋ ਸੈਂਟੈਂਸਾਂ ਨੂੰ ਆਪਸ ਦੇ ਵਿੱਚ ਜੋੜਦੀ ਹੈ ਜੀ ਤਾਂ ਉਦੋਂ ਇੱਕ ਕੰਪਾਊਂਡ ਸੈਂਟੈਂਸ ਬਣਦਾ ਵਾ ਤੇ ਮੂਹਰੇ ਆਪਾਂ ਨੂੰ ਕੋਮਾ ਲਾਉਣਾ ਪੈਂਦਾ ਜੀ। ਕਹਿੰਦੇ ਜ਼ਿਆਦਾਤਰ ਜਿਹੜੇ ਇੰਪਲੋਇਰਸ ਹੈਗੇ ਉਹਨਾਂ ਨੂੰ ਰੋਕ ਚੁੱਕੇ ਆ ਤੇ ਇਹਦੇ ਨਾਲ ਨਾਲ ਮੈਂ ਕਹਿੰਦਾ ਦੇਖਦਾ ਵਾਂ ਜੀ, ਕੀ ਦੇਖਦਾ ਵਾਂ ਜੀ? ਮੈਂ ਦੇਖਦਾ ਵਾਂ ਦਿਸ ਐਜ਼ ਏ ਪੋਜ਼ਿਟਿਵ ਟ੍ਰੈਂਡ, ਤੇ ਮੈਂ ਜੀ ਕਹਿੰਦੇ ਇਹਨੂੰ ਪੋਜ਼ਿਟਿਵ ਟ੍ਰੈਂਡ ਦੇਖਦਾ। ਕਿਹੜੀ ਚੀਜ਼ ਨੂੰ ਪੋਜ਼ਿਟਿਵ ਟ੍ਰੈਂਡ ਦੇਖਦਾ? ਯੂਨੀਫਾਰਮ ਪਾਉਣ ਨੂੰ ਨਹੀਂ ਜੀ, ਜਿਹੜੇ ਆਹ ਵਾਲੇ ਬੌਸ ਉਹਨਾਂ ਨੂੰ ਸਟਾਪ ਕਰ ਚੁੱਕੇ ਆ। ਮੈਂ ਜਾਣੀ ਕਿ ਆਹ ਜਿਹੜੀ ਚੀਜ਼ ਹੈ ਇਹਨੂੰ ਕਹਿੰਦਾ ਮੈਂ ਪੋਜ਼ਿਟਿਵ ਮੰਨਦਾ ਵਾਂ। ਬੱਚਾ ਇੱਥੇ ਭੁਲੇਖਾ ਖਾ ਜਾਂਦਾ ਕਿ ਸਾਰੇ ਤਾਂ ਹੁਣ ਗਾਂਹ ਜਾ ਕੇ ਤਾਂ ਕਹਿ ਰਿਹਾ ਕਿ ਪੋਜ਼ਿਟਿਵ ਟ੍ਰੈਂਡ ਆ, ਇਹ ਯੂਨੀਫਾਰਮ ਨੂੰ ਨਹੀਂ ਕਹਿ ਰਿਹਾ। ਇਹ ਕਹਿ ਰਿਹਾ ਕਿ ਜਿਹੜੇ ਬੌਸ ਹੁਣ ਸਟਾਪ ਕਰ ਚੁੱਕੇ ਆ ਉਹਨਾਂ ਨੂੰ ਕਹਿਣਾ, ਉਹ ਵਾਲੀ ਚੀਜ਼ ਨੂੰ ਮੈਂ ਪੋਜ਼ਿਟਿਵ ਮੰਨਦਾ ਜੀ ਕਹਿੰਦਾ। ਤਾਂ ਹੁਣ ਕੀ ਕਿਹਾ ਜੀ ਇਹਨੇ? ਕਹਿੰਦੇ ਸਮ ਆਫ ਦਾ ਮੋਸਟ ਸਕਸੈਸਫੁਲ ਕੰਪਨੀਜ਼, ਜਿਹੜੀਆਂ ਜੀ ਮੋਸਟ ਸਕਸੈਸਫੁਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚੋਂ ਕੁਝ ਕੁ ਵਰਲਡ ਦੇ ਵਿੱਚ ਜਿਹੜੀਆਂ ਹੈਗੀਆਂ ਵਾ, ਜਿਨ੍ਹਾਂ ਦੇ ਵਿੱਚ ਕਹਿੰਦੇ ਕਿਹੜੀਆਂ ਕਿਹੜੀਆਂ ਸ਼ਾਮਲ ਆ, ਜਿਵੇਂ ਜਾਣੀ ਕਿ ਟੈਕਨੋਲੋਜੀ ਜਾਇੰਟ, ਜਾਇੰਟ ਦਾ ਮਤਲਬ ਵੱਡੀਆਂ ਵੱਡੀਆਂ ਕੰਪਨੀਆਂ ਲਾਈਕ ਜਿਵੇਂ ਕਿ ਗੂਗਲ ਤੇ ਫੇਸਬੁੱਕ। ਤੇ ਆਹ ਹੁਣ ਧਿਆਨ ਨਾਲ ਦੇਖਿਓ ਜੀ, ਇਹ ਚੀਜ਼ ਨੋਟ ਕਰ ਲਿਓ, ਜਦੋਂ ਵੀ ਤੁਸੀਂ ਚੱਲਦੇ ਹੋਏ ਸੈਂਟੈਂਸ ਦੇ ਵਿੱਚ, ਤੁਹਾਨੂੰ ਇੱਕ ਵਾਰੀ ਪਹਿਲਾਂ ਹੀ ਮੈਂ ਕਿਹਾ ਸੀਗਾ ਕੁਝ ਕੁ ਵਰਡ ਆ ਜਿਹੜੇ ਚੱਲਦੇ ਹੋਏ ਸੈਂਟੈਂਸ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਥੋੜੀ ਜੀ ਜੋੜ ਦਿੰਦੇ ਆ ਜੀ। ਤੇ ਉਹ ਜਿਹੜੇ ਕਨੈਕਟਰ ਆ ਉਹ ਕਿੱਦਾਂ ਦੇ ਆ ਜੀ? ਜਿਵੇਂ ਪਹਿਲੇ ਨੰਬਰ ਤੇ ਸੱਚ ਐਜ਼, ਜੋ ਕਿ ਬਹੁਤ ਕਾਮਨਲੀ ਆਪਾਂ ਕਹਦੇ ਵੀ ਯੂਜ਼ਡ ਕੀਤਾ ਜਾਂਦਾ। ਦੂਜੇ ਨੰਬਰ ਤੇ ਜੀ ਲਾਈਕ, ਇਹ ਸਭ ਤੋਂ ਲੋ ਲੈਵਲ ਦਾ ਜੀ, 5 ਬੈਂਡ ਦਾ ਜੇ ਕੋਈ ਕਨੈਕਟਰ ਹੋਵੇ ਤਾਂ ਉਹ ਲਾਈਕ ਹੈ ਜੀ। ਸੱਚ ਐਜ਼ ਨੂੰ ਕਾਊਂਟ ਕਰ ਸਕਦੇ ਹੋ 5.5 to 6 ਦੇ ਵਿੱਚ ਜੀ। ਜੇ ਵਧੀਆ ਲੈਵਲ ਤੇ ਜਾਂਦੇ ਹੋ 6 ਪਲੱਸ ਉੱਪਰ ਜਾਂਦੇ ਹੋ ਤਾਂ ਉਹਦੇ ਵਿੱਚ ਹੋ ਗਿਆ ਜੀ ਆਪਣਾ ਇਨਕਲੂਡਿੰਗ। ਤੇ ਚੌਥੇ ਨੰਬਰ ਤੇ ਉਹਦੇ ਵਿੱਚ ਹੋ ਗਿਆ ਜਾਨੀ ਕਿ ਸਪੈਸ਼ਲੀ ਜਾਂ ਸਪੈਸ਼ਲੀ, ਖਾਸ ਕਰਕੇ, ਇਹਦਾ ਮਤਲਬ ਹੁੰਦਾ ਖਾਸ ਕਰਕੇ। ਜਾਂ ਇੱਕ ਹੋਰ ਆ ਤਾਂ ਮੇਨਲੀ। ਆ ਜਿੰਨੇ ਵੀ ਵਰਡ ਤੁਸੀਂ ਦੇਖ ਰਹੇ ਹੋ ਜੀ ਆ ਵਿੱਚ ਵਾਲੇ, ਹਾਂਜੀ ਤਾਂ ਵਾਲੇ ਵੀ ਵਿੱਚ ਪਾ ਕੇ, ਜੋ ਕਿ ਵੈਸੇ ਵੀਕ ਆ ਤੇ ਨੀਚੇ ਵਾਲੇ ਥੋੜੇ ਜਿਹੇ ਉਹਨਾਂ ਨਾਲੋਂ ਬੈਟਰ ਆ ਜੀ। ਤਾਂ ਜਦੋਂ ਵੀ ਇਹ ਚੱਲਦੇ ਹੋਏ ਸੈਂਟੈਂਸ ਦੇ ਵਿੱਚ ਐਂਟਰੀ ਮਾਰਦੇ ਆ ਤਾਂ ਇਹਨਾਂ ਦੇ ਮੂਹਰੇ ਕੋਮਾ ਲੱਗਦਾ ਹੁੰਦਾ ਹਮੇਸ਼ਾ ਜੀ, ਇਹਨਾਂ ਦੇ ਮੂਹਰੇ ਕੋਮਾ ਲੱਗਦਾ ਹੁੰਦਾ ਹਮੇਸ਼ਾ। ਤੇ ਬਾਅਦ ਚੋਂ ਜੋ ਵੀ ਤੁਸੀਂ ਇਹਨਾਂ ਨੇ ਗੱਲ ਕਹਿਣੀ ਸੀਗੀ ਤੇ ਉਹ ਜਦੋਂ ਪੂਰੀ ਹੋ ਗਈ ਤੇ ਫਿਰ ਕੋਮਾ ਲੱਗਦਾ ਹੁੰਦਾ। ਬਾਕੀ ਸੈਂਟੈਂਸ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਜੀ। ਆਹ ਸਬਜੈਕਟ ਆ ਤੇ ਸਬਜੈਕਟ ਦਾ ਵਰਬ ਕਿੱਥੇ ਪਿਆ ਵਾ? ਬਾਅਦ ਚੋਂ ਜੀ, ਕੋਮੇ ਤੋਂ ਬਾਅਦ ਚੋਂ ਆਹ ਵਾਲਾ ਵਰਬ ਪਿਆ ਜਾਂਦਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਜਿਵੇਂ ਮੈਂ ਸਬਜੈਕਟ ਕਹਿ ਦਵਾਂ, ਮੈਂ ਕਹਿ ਦਵਾਂ ਜੀ ਸਮ ਪੀਪਲ, ਸਮ ਪੀਪਲ ਕੀ ਹੈ ਜੀ? ਇਹ ਸਬਜੈਕਟ ਆ। ਹੁਣ ਮੈਂ ਪੀਪਲ ਤਾਂ ਬਹੁਤ ਆ ਜੀ, ਪੀਪਲ ਦੇ ਵਿੱਚ ਤਾਂ ਸਾਰੀ ਹੈਗੀ। ਮੈਂ ਕਹਿਣਾ ਚਾਹੁੰਦਾ ਵਾਂ ਮੇਨਲੀ, ਮੇਨਲੀ ਯੰਗਸਟਰਸ, ਤਾਂ ਇੱਥੇ ਮੇਰਾ ਕੋਮਾ ਇੱਥੇ ਬੰਦ ਹੋ ਗਿਆ ਜੀ। ਤੇ ਹੁਣ ਜਿਹੜੀ ਆ ਵਰਬ ਆ ਸਮ ਪੀਪਲ ਡੂ ਨੋਟ, ਤਾਂ ਦੇਖੋ ਆ ਜਿਹੜੀ ਡੂ ਨੋਟ ਲਾਈਕ, ਆ ਜਿਹੜੀ ਵਰਬ ਆ ਜੀ ਇਹ ਕਿਹਦੀ ਆ? ਇਹ ਇਹਦੀ ਆ। ਆ ਜਸਟ ਵਿੱਚ ਟੁਕੜਾ ਰੱਖਿਆ ਸੀਗਾ, ਤੁਹਾਡੀ ਲੈਂਗੁਏਜ ਨੂੰ ਥੋੜਾ ਜਿਹਾ ਇਹ ਸ਼ੋਅ ਕਰਦਾ ਵਾ ਕਿ ਇੱਕ ਪਰਸਨ ਨੂੰ ਵਧੀਆ ਲਿਖਣਾ ਆਉਂਦਾ ਵਾ। ਹਾਂਜੀ, ਤਾਂ ਹੁਣ ਉੱਥੇ ਜਾ ਕੇ ਦੇਖਦੇ ਹੋ ਉਹਨਾਂ ਨੇ ਵੀ ਕੀ ਕਿਹਾ ਸੀਗਾ ਰਾਈਟਰ ਨੇ ਇੱਥੇ। ਇਹਨਾਂ ਨੇ ਤੁਹਾਨੂੰ ਕਿਹਾ ਜੀ ਆ ਤੁਹਾਡਾ ਹੈਗਾ ਜੀ ਇੱਥੇ ਸਬਜੈਕਟ, ਸਮ ਆਫ ਦਾ ਮੋਸਟ ਸਕਸੈਸਫੁਲ ਕੰਪਨੀਜ਼ ਇਨ ਦਾ ਵਰਲਡ, ਇਹ ਤੁਹਾਡਾ ਸਬਜੈਕਟ ਆ। ਤੇ ਕਿਉਂਕਿ ਇਹਨਾਂ ਨੇ ਆ ਵਰਡ ਲਾਉਣਾ ਸੀ ਉਹਨਾਂ ਇਨਕਲੂਡਿੰਗ, ਇਦੋਂ ਪਹਿਲਾਂ ਕੋਮਾ ਰੱਖਣਾ ਪਿਆ ਇਹਨਾਂ ਨੂੰ। ਤੇ ਜਦੋਂ ਇਹਨਾਂ ਨੇ ਉਹ ਦੋ ਕੰਪਨੀਆਂ ਦੱਸਤੀਆਂ ਜੀ ਕਿ ਉਹ ਕਿਹੜੀਆਂ ਕਿਹੜੀਆਂ ਵਾ, ਬਾਅਦ ਚੋਂ ਕੋਮਾ ਬੰਦ ਕਰਨਾ ਪਿਆ। ਤੇ ਜਿਹੜੀ ਆ ਵਰਬ ਲਾਈ ਪਈ ਆ ਇਹ ਵਰਬ ਕਿਹਦੀ ਹੈ ਜੀ? ਇਹ ਸਕਸੈਸਫੁਲ ਕੰਪਨੀਜ਼ ਦੀ ਵਰਬ ਆ ਜੀ। ਤਾਂ ਹੁਣ ਸੈਂਟੈਂਸ ਪੜ੍ਹਦੇ ਆਪਾਂ ਕੀ ਕਹਿੰਦੇ ਜੀ। ਕਹਿੰਦੇ ਜੀ ਸਮ ਆਫ ਦਾ ਮੋਸਟ ਸਕਸੈਸਫੁਲ ਕੰਪਨੀ ਦਾ, ਕਿਹਦੇ ਵਿੱਚ ਜੀ? ਵਰਲਡ ਦੇ ਵਿੱਚ। ਜਿਵੇਂ ਕਿ ਜਾਇੰਟ ਜਿਹੜੇ ਹੈਗੇ ਆ ਗੂਗਲ ਤੇ ਫੇਸਬੁੱਕ,
ਇਹ ਫੇਮਸ ਆ ਜੀ ਕਹਿੰਦੇ ਕਿਹਦੇ ਲਈ? ਫॉर द ਰਿਲੈਕਸਡ ਆਫਿਸ एनवायरमेंट। रिलैक्सड ऑफिस केड़ा हुंदा? जिथे सारे जाने रिलैक्स आ पूरे, भी कोई किसी नाल जोर जबरदस्ती नहीं गी जी। दैट दे ट्राई टू क्रिएट ये चीज़ां कहंदे जी जानी कि कंपनियां क्रिएट करदियां ट्राई करन दी। कहंदे जेहड़े एम्प्लॉइज हैगे आ जी कहंदे उन्हां नूं मोटिवेटेड कीता जांदा वा टू ड्रैस कैजुअली, उन्हां नूं कैजुअली ड्रैस पाउण लई मोटिवेटेड कीता जांदा वा जी। तुसीं सोच रहे होवोगे सारे ਜਿਹੜੇ ਵਰਕਰ ਆ ਇਹ ਕਿਹੜੇ ਆ ਜੀ? ਇਹ ਕਿੱਥੋਂ ਦੇ ਵਰਕਰ ਆ? ਇਹ ਜਿਹੜੇ ਵਰਕਰ ਆ ਇਹ ਹੈਗੇ ਆ ਪਿੱਛੇ ਜਿਹੜੀਆਂ ਕੰਪਨੀਆਂ ਲਿਖ ਕੇ ਆਇਆ ਵਾ ਰਾਈਟਰ ਜੀ, ਉਹਨੇ ਕੋਈ ਕਨੈਕਟਰ ਨਹੀਂ ਲਾਇਆ, ਇਹ ਲਾਈਨ ਨੂੰ ਨੈਚੁਰਲੀ ਇਹਦੇ ਨਾਲ ਬਾਉਂਡ ਕੀਤਾ ਜੀ। ਕਿਉਂਕਿ ਇਹ ਜ਼ਰੂਰੀ ਨਹੀਂਗਾ ਕਿ ਤੁਹਾਡੀ ਹਰ ਇੱਕ ਸੈਂਟੈਂਸ ਇੱਕ ਕਨੈਕਟਰ ਤੋਂ ਸ਼ੁਰੂ ਹੋਣਾ ਚਾਹੀਦਾ ਹੀ ਆ। ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਜੋ ਕੋਹੀਜ਼ਨ ਹੁੰਦੀ ਆ, ਜਿਹਨੂੰ ਤੁਸੀਂ ਕਨੈਕਟਰ ਕਹਿੰਦੇ ਹੋ ਜੀ, ਉਹ ਲੱਗੇ ਹੋਣੇ ਚਾਹੀਦੇ ਆ, बट ना ही तो बहुत घट लगे होने चाहिए ते ना ही वो बहुत ज्यादा जी। कई बच्चे हर एक जानी कि सेंटेंस तो मूरे कनैक्टर लाउंदे आ जी, हर एक सेंटेंस तो मूरे, तो तुहाडियां कुछ क लाइनां नैचुरली भी बाउंड होणियां चाहीदियां जी। हुण जे आपां कहिए कि आ जिहड़े वर्कर्स हैगे आ जी, इन्हां नूं मोटिवेट कीता जांदा वा कैजुअली ड्रैस पाउण लई। ये वर्कर कित्थों दे आ? ਜਿਹੜੀਆਂ ਇਹ ਕੰਪਨੀਆਂ ਹੈਗੀਆਂ ਉੱਪਰ ਦੱਸ ਕੇ ਆਏ ਆ। ਜੇ ਤੁਸੀਂ ਇਹਨਾਂ ਨੂੰ ਦੱਸਣਾ ਹੀ ਚਾਹੁੰਦੇ ਹੋ, ਕੋਈ ਕਨੈਕਟਰ ਲਾਉਣਾ ਹੀ ਚਾਹੁੰਦੇ ਹੋ, ਤਾਂ ਕਨੈਕਟਰ ਇੱਕ ਵਧੀਆ ਲਾਇਆ ਜਾ ਸਕਦਾ ਸੀਗਾ ਜਿਹਦੇ ਵਿੱਚ ਆਪਾਂ ਕਹਿਣਾ ਸੀ EMPLOYEES, ਹਾਂਜੀ, EMPLOYEES ऑफ सच कंपनीज ਜਾਂ ਸੱਚ ਆਰਗੇਨਾਈਜੇਸ਼ਨਸ। ਹੁਣ ਇੱਥੇ ਸੱਚ ਆਰਗੇਨਾਈਜੇਸ਼ਨਸ ਕਿਹੜੀਆਂ ਵਾ? ਜਿਹੜੀਆਂ ਮੈਂ ਪਿੱਛੇ ਦੱਸ ਕੇ ਆਇਆ ਵਾਂ। ਤਾਂ ਇਹ ਵਾਲੀ ਕੋਰਸ ਤੁਹਾਡੀ 7 ਬੈਂਡ ਤੇ ਜਾਣ ਲੱਗ ਜਾਂਦੀ ਆ ਜਦੋਂ ਤੁਸੀਂ ਆ ਜਿਹੜੇ ਬਾਕੀ ਆਪਾਂ ਕਨੈਕਟਰ ਲਾਉਂਦੇ, ਜਿਵੇਂ ਸੈਕੰਡਲੀ, ਫਾਈਨਲੀ, देयरफॉर, ਇਹ ਜਿਹੜੇ ਕਨੈਕਟਰ ਹੋ ਗਏ ਜੀ, ਜਦੋਂ ਆਪਾਂ ਨੈਚੁਰਲੀ, ਮੈਂ ਤੁਹਾਨੂੰ ਇੱਕ ਦਿਨ ਨੋਟ ਕਰਵਾਏ ਸੀਗੇ ਕਿ ਜਿਵੇਂ ਦਿਸ ਹੋ ਗਿਆ, ਦੈਟ ਹੋ ਗਿਆ, ਦੀਜ਼ ਹੋ ਗਿਆ, ਸੱਚ ਹੋ ਗਿਆ, ਇਹ ਵਾਲੀਆਂ ਜਿਹੜੀਆਂ ਹੁੰਦੇ ਆ ਜੀ ਆਪਣੇ, ਜਿਨ੍ਹਾਂ ਨੂੰ ਆਪਾਂ ਰੈਫਰੈਂਸ ਕਨੈਕਟਰਸ ਕਹਿ ਦਿੰਦੇ ਆ ਜੀ, ਤੇ ਇਹ ਜਾਨੀ ਕਿ ਮੱਚ ਬੈਟਰ ਹੁੰਦੇ ਆ ਜੀ, ਕਿਉਂਕਿ ਇਹ ਚੱਲਦੀ ਹੋਈ ਲਾਈਨ ਨੂੰ ਪਿਛਲੀ ਲਾਈਨ ਨਾਲ ਡਾਇਰੈਕਟਲੀ ਜੋੜਦੇ ਆ ਬਹੁਤ ਜ਼ਿਆਦਾ ਜੀ। ਜਿਵੇਂ ਆਪਾਂ ਸੱਚ ਕੰਪਨੀਜ਼ ਲਿਖਿਆ ਹੋਣੀ, ਸੱਚ ਕੰਪਨੀ ਕਿਹੜੀਆਂ ਜਿਹੜੀਆਂ ਆਪਾਂ ਪਿੱਛੇ ਦੱਸ ਕੇ ਆਏ ਆ ਜੀ, ਸੋ ਇਹਨਾਂ ਦਾ ਯੂਜ਼ ਕਰਿਆ ਕਰੋ ਜੀ। ਤਾਂ ਰਾਈਟਰ ਹੁਣ ਕੀ ਕਹਿੰਦਾ ਜੀ? ਕਹਿੰਦਾ ਜਿਹੜੇ ਜੀ ਵਰਕਰਸ ਹੈਗੇ ਆ ਜੀ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਵੀ ਉਹ ਕੈਜੂਅਲੀ ਡਰੈਸ ਕਰਨ, ਤੇ ਨਾਲ ਹੀ ਹੁਣ ਇੱਥੇ ਇੱਕ ਕੰਪਾਊਂਡ ਸੈਂਟੈਂਸ ਆਇਆ ਜੀ ਫੇਰ, ਤੇ ਕਹਿੰਦੇ ਇਹ ਕੰਪਨੀਆਂ ਇੱਥੋਂ ਤੱਕ ਵੀ ਕਰਦੀਆਂ ਵਾ ਜਿਹੜੇ ਕੰਪਨੀ ਦਾ, ਜਿਹੜੇ ਕਹਿੰਦੇ ਕੰਪਨੀ ਐਗਜ਼ੀਕਿਊਟਿਵ ਹੈਗੇ ਆ, ਜਿਹੜੇ ਐਗਜ਼ੀਕਿਊਟਿਵ ਕੀ ਹੁੰਦੇ ਆ ਜੀ? ਜਿਹੜੇ ਪਲਾਨਸ ਨੂੰ, ਰੂਲ ਐਂਡ ਰੈਗੂਲੇਸ਼ਨਸ ਨੂੰ ਲੈ ਕੇ ਆਉਂਦੇ ਆ ਜੀ, ਤੇ ਜਿਹੜੇ ਲੀਡਰਸ ਆ ਜੀ ਇੱਥੋਂ ਦੇ, ਜਿਹੜੀਆਂ ਇਹ ਕੰਪਨੀਆਂ ਵਾ, ਕਹਿੰਦੇ ਰੇਅਰਲੀ ਸੀਨ wearing anything okay then ਟੀ-ਸ਼ਰਟ ਐਂਡ ਜੀਨਸ। ਕਹਿੰਦੇ ਜੀ ਟੀ-ਸ਼ਰਟ ਤੇ ਜੀਨ ਤੋਂ ਬਿਨਾ ਉਹਨਾਂ ਦੇ ਜਾਨੀ ਕਿ ਰੇਅਰਲੀ ਹੋਰ ਕੁਝ ਪਾਇਆ ਹੁੰਦਾ ਵਾ, ਮਤਲਬ ਕਿ ਉਹ ਡਰੈਸ ਦੇ ਵਿੱਚ ਜਾਂ ਫਾਰਮਲ ਲੁੱਕ ਦੇ ਵਿੱਚ ਤਾਂ ਕਦੇ ਹੀ ਦਿਖਦੇ ਆ, ਜ਼ਿਆਦਾਤਰ ਉਹਨਾਂ ਦੇ ਕੀ ਪਾਇਆ ਹੁੰਦਾ ਵਾ? ਟੀ-ਸ਼ਰਟ ਤੇ ਜੀਨਸ ਪਾਇਆ ਹੁੰਦਾ ਜੀ ਉਹਨਾਂ ਨੇ। ਇਹ ਉੱਪਰ ਵਾਲੀਆਂ ਕੰਪਨੀਆਂ ਦੀ ਗੱਲ ਕਰੀ ਜਾਂਦਾ ਜੀ, ਠੀਕ ਹੈ ਜੀ। ਹੁਣ ਕੀ ਕਹਿੰਦਾ ਜੀ? ਹੁਣ ਕਹਿੰਦਾ ਜੀ ਹਾਊਐਵਰ, ਹੁਣ ਦੇਖੋ ਰਾਈਟਰ ਜਾ ਕੇ ਦੇਖਦੇ ਆ ਬਈ ਹੁਣ ਇਹ ਕੰਟਰਾਡਿਕਟ ਕਿਹੜੀ ਚੀਜ਼ ਨੂੰ ਕਰਨ ਲੱਗਾ ਜੀ। ਇੱਥੇ ਰੀਡਰ ਵੀ ਇੱਕ ਪਲ ਲਈ ਸੋਚੂਗਾ ਵੀ ਹੁਣ ਕੰਟਰਾਡਿਕਟ ਕਿਹੜੀ ਚੀਜ਼ ਹੋਣ ਜਾ ਰਹੀ ਹੈ ਜੀ। ਕਹਿੰਦੇ ਜੀ ਹਾਊਐਵਰ, ਭਾਵੇਂ ਕਹਿੰਦੇ ਜੀ ਜਿਹੜੇ ਮੈਨੇਜਰ ਆ, ਮੈਨੇਜਰ ਕਿਹੜੇ ਆ? ਜਿਹੜੇ ਪਿੱਛੇ ਦੱਸ ਕੇ ਆਏ ਜੀ, ਜਿਹੜੇ ਕੰਪਨੀ ਦੇ ਐਗਜ਼ੀਕਿਊਟਿਵ ਆ, ਤੇ ਕਹਿੰਦੇ ਜਿਹੜੇ ਪ੍ਰੋਗਰਾਮਰਸ ਆ ਜੀ, ਉਹ ਕਹਿੰਦੇ ਭਾਵੇਂ ਫ੍ਰੀ ਹੁੰਦੇ ਆ ਡਰੈਸ ਵੀ ਕੋਈ ਵੀ ਚੀਜ਼ ਪਾਉਣ ਦੇ ਲਈ, ਹਾਊ ਦੇ ਲਾਈਕ, ਵੀ ਜਿਵੇਂ ਵੀ ਉਹ ਲਾਈਕ ਕਰਦੇ ਆ, ਬਟ ਕਹਿੰਦੇ ਜੀ ਦੇ ਆਰ ਐਕਸਪੈਕਟਡ, ਉਹਨਾਂ ਤੋਂ ਹੋਪ ਰੱਖੀ ਜਾਂਦੀ ਆ ਟੂ ਪ੍ਰੋਡਿਊਸ ਵਰਕ ਆਫ ਆਊਟਸਟੈਂਡਿੰਗ ਕੁਆਲਿਟੀ। ਕਹਿੰਦੇ ਜੀ ਜਿਹੜੀਆਂ ਇਹ ਕੰਪਨੀਆਂ ਨਾ, ਗੂਗਲ ਹੋ ਗਿਆ, ਫੇਸਬੁੱਕ ਹੋ ਗਿਆ, ਕਹਿੰਦੇ ਇੱਥੋਂ ਦੇ ਲੋਕਾਂ ਨੂੰ ਫਰੀडम ਹੁੰਦੀ ਆ ਜੋ ਮਰਜ਼ੀ ਪਾ ਕੇ ਆਉਣ, ਪਰ ਕਹਿੰਦੇ ਜੀ ਭਾਵੇਂ ਇਹਨਾਂ ਨੂੰ ਫਰੀडम ਤਾਂ ਹੁੰਦੀ ਆ, ਬਟ ਇਹਨਾਂ ਤੋਂ ਹੋਪ ਰੱਖੀ ਜਾਂਦੀ ਆ ਕਿ ਇਹ ਕੰਮ ਬਹੁਤ ਵਧੀਆ ਕਰਨਗੇ ਜੀ। ਕਹਿੰਦੇ ਇਟ ਇਜ਼ ਕਲੀਅਰ ਫਰੋਮ ਦਾ ਪਰਫਾਰਮੈਂਸ ਐਂਡ ਗਲੋਬਲ ਡੋਮੀਨੈਂਸ ਆਫ ਸੱਚ ਕੰਪਨੀਜ਼। ਸੱਚ ਕੰਪਨੀਜ਼ ਕਿਹੜਾ ਜੀ? ਗੂਗਲ ਤੇ ਫੇਸਬੁੱਕ। ਕਹਿੰਦੇ ਜੀ ਇਹ ਕਲੀਅਰ ਆ ਜੀ, ਕਲੀਅਰ ਕਹਿੰਦੇ ਤੋਂ ਆ ਜੀ ਫਰੋਮ ਦਾ ਪਰਫਾਰਮੈਂਸ ਐਂਡ ਗਲੋਬਲ ਡੋਮੀਨੈਂਸ। ਗਲੋਬਲ ਜੋ ਯਾਨੀ ਕਿ ਡੋਮੀਨੈਂਸ ਇੱਕ ਕੋਲੋਕੇਸ਼ਨ ਆ ਜਿਹਦਾ ਮਤਲਬ ਆ ਸਾਰੇ ਵਰਲਡ ਉੱਪਰ ਹੀ ਕਬਜ਼ਾ ਕਰ ਲੈਣਾ ਜੀ। ਕਹਿੰਦੇ ਜੀ ਪਰਫਾਰਮੈਂਸ ਤੋਂ ਤੇ ਗਲੋਬਲ ਡੋਮੀਨੈਂਸ ਤੋਂ ਇਹ ਜਿਹੜੀ ਆਹ ਵਾਲੀ ਕੰਪਨੀਆਂ ਦੀ ਹੈਗੀ ਆ ਜਿਹੜੀਆਂ ਉੱਪਰ ਦੱਸ ਕੇ ਆਏ ਆ, ਇਹਨਾਂ ਤੋਂ ਜੀ ਇਹ ਕਲੀਅਰ ਆ
ਸਟ੍ਰਿਕਟ ਡਰੈਸ ਕੋਡਸ ਜਿਹੜੇ ਹੁੰਦੇ ਆ ਉਹ ਕੰਪਲੀਟਲੀ ਵੇਸਟੇਜ ਹੁੰਦੇ ਆ ਜੀ। ਕਹਿੰਦੇ ਕਿਹਦੇ ਵਿੱਚ? ਟੈਕਨੋਲੋਜੀ ਸੈਕਟਰ ਦੇ ਵਿੱਚ। ਕਿਉਂਕਿ ਇਹਨੇ ਸਟਾਰਟਿੰਗ 'ਚ ਹੀ ਕਹਿਤਾ ਜੀ ਕਿ ਮੈਨੂੰ ਲੱਗਦਾ ਵਾ ਕਿ ਕੁਝ ਕੁ ਸੈਕਟਰ ਹੈਗੇ ਆ ਜਿਨ੍ਹਾਂ 'ਚ ਇਹਦੀ ਜ਼ਰੂਰਤ ਨਹੀਂ ਹੈਗੀ ਗੀ, ਕੁਝ ਕੁ ਹੈਗੇ ਆ ਜਿਨ੍ਹਾਂ ਵਿੱਚ ਇਹਨਾਂ ਦੀ ਜ਼ਰੂਰਤ ਹੈਗੀ ਆ। ਸੋ BP1 ਦੇ ਵਿੱਚ ਇਹਨੇ ਉਹ ਸੈਕਟਰ ਦੀ ਚਰਚਾ ਕੀਤੀ ਜਿਹਦੇ ਵਿੱਚ ਇਹਨੂੰ ਲੱਗਦਾ ਕਿ ਜੀ ਯੂਨੀਫਾਰਮ ਨਾ ਹੋਣ ਦੇ ਨਾਲ ਵੀ ਕੋਈ ਘਾਟਾ ਨਹੀਂ ਪੈਂਦਾ। ਤਾਂ ਉਹ ਸੈਕਟਰ ਕਿਹੜਾ ਸੀਗਾ ਜੀ? ਉਹ ਸੀਗਾ ਜੀ ਟੈਕਨੋਲੋਜੀ ਸੈਕਟਰ। ਸੈਕਟਰ ਜਿਹੜਾ ਉਹ ਸੀਗਾ ਜੀ, ਉਹ ਸੀਗਾ ਟੈਕਨੋਲੋਜੀ ਸੈਕਟਰ। ਤਾਂ ਦੇਖੋ ਇਹ ਪੈਰਾਗ੍ਰਾਫ ਪੜ੍ਹ ਕੇ ਇਹ ਪੈਰਾਗ੍ਰਾਫ ਕਿਉਂ ਚੂਜ਼ ਕੀਤਾ ਗਿਆ ਜੀ? ਉਹਦਾ ਇੱਕ ਮੇਜਰ ਰੀਜ਼ਨ ਸੀਗਾ ਕਿ ਜਿਹੜਾ ਇਹ ਪੈਰਾ ਲਿਖਿਆ ਵਾ ਇਹਦੇ ਤੋਂ ਰਾਈਟਿੰਗ ਦੀ ਫਰੀडम ਦੇ ਬਾਰੇ ਪਤਾ ਲੱਗਦਾ ਜੀ। ਕਹਿੰਦੇ ਤੋਂ ਰਾਈਟਰ ਦੀ ਫਰੀडम ਦੇ ਬਾਰੇ ਪਤਾ ਲੱਗਦਾ ਜੀ। ਤੁਸੀਂ ਨਾਰਮਲੀ ਮੈਂ ਤੁਹਾਨੂੰ ਬਹੁਤ ਵਾਰੀ ਕਿਹਾ ਵਾ ਅੱਗੇ ਵੀ, ਮੰਨ ਕੇ ਚੱਲੋ ਆਹ ਤੁਹਾਡਾ BP1 ਹੈ ਜੀ, ਆਹ ਤੁਹਾਡਾ ਹੈਗਾ ਜੀ BP2। ਤਾਂ ਤੁਸੀਂ ਕੀ ਕਰਦੇ ਹੋ? ਮੰਨ ਕੇ ਚਲੋ ਆਹ ਆਪਣਾ ਟੌਪਿਕ ਸੈਂਟੈਂਸ ਹੋ ਗਿਆ ਜੀ, ਜੋ ਕਿ ਚਲੋ ਜ਼ਰੂਰੀ ਹੈ। ਆਹ ਆਪਣਾ ਪਹਿਲਾ ਪੁਆਇੰਟ ਹੋ ਗਿਆ ਜੀ। ਪਹਿਲੇ ਪੁਆਇੰਟ ਨੂੰ ਆਪਾਂ ਕੀ ਕਰਦੇ ਹੁੰਦੇ ਆ ਜੀ? ਪਹਿਲੇ ਪੁਆਇੰਟ ਨੂੰ ਬਾਅਦ ਚੋਂ ਆਪਾਂ ਕਰਦੇ ਹੁੰਦੇ ਆ ਸਪੋਰਟ। ਇਹ ਤੇ ਨੂੰ ਐਕਸਪਲੇਨ ਕਰਦੇ ਹੁੰਦੇ, ਆਹ ਇਹਦੀ ਐਕਸਪਲੇਨੇਸ਼ਨ ਹੈ। ਤੀਜੇ ਨੰਬਰ ਤੇ ਆਪਾਂ ਕੀ ਕਰਦੇ ਹੁੰਦੇ ਆ? ਉਹ ਪੁਆਇੰਟ ਦੀ ਐਗਜ਼ਾਮਪਲ ਹੋ ਗਈ। ਠੀਕ ਹੈ ਜੀ। ਫਿਰ ਕੀ ਹੋ ਜਾਂਦਾ ਵਾ? ਫਿਰ ਦੂਸਰਾ ਪੁਆਇੰਟ ਸਟਾਰਟ ਹੋ ਜਾਂਦਾ ਤੇ ਆਹ ਹੁੰਦੀ ਹੈ ਦੂਸਰੇ ਪੁਆਇੰਟ ਦੀ ਐਕਸਪਲੇਨੇਸ਼ਨ। ਤੇ ਸਾਰੇ ਦਾ ਹੁੰਦਾ ਬਾਅਦ ਚੋਂ ਕਈ ਵਾਰੀ ਰਿਜ਼ਲਟ। ਨੀਚੇ ਸਾਰੇ ਪੈਰੇ ਦਾ ਹੁੰਦਾ ਰਿਜ਼ਲਟ। ਤੇ ਜੇ ਤੁਸੀਂ BP2 ਤੇ ਸ਼ਿਫਟ ਹੋ ਉਹਦੇ ਵਿੱਚ ਕੀ ਆ? ਸਭ ਤੋਂ ਪਹਿਲਾਂ ਟੌਪਿਕ ਸੈਂਟੈਂਸ ਤੇ ਬਾਅਦ ਚੋਂ ਤੁਹਾਡਾ ਹੁੰਦਾ ਜੀ ਪਹਿਲਾ ਪੁਆਇੰਟ, ਬਾਅਦ ਚੋਂ ਪਹਿਲੇ ਪੁਆਇੰਟ ਦੀ ਤੁਸੀਂ ਐਕਸਪਲੇਨੇਸ਼ਨ ਕਰਦੇ ਹੋ ਜੀ, ਬਾਅਦ ਚੋਂ ਉਹਦੀ ਦਿੰਦੇ ਹੋ ਤੁਸੀਂ ਐਗਜ਼ਾਮਪਲ ਦਿੰਦੇ ਹੋ। ਫਿਰ ਤੁਹਾਡਾ ਦੈਨ ਹੁੰਦਾ ਜੀ ਸੈਕਿੰਡ ਪੁਆਇੰਟ, ਸੈਕਿੰਡ ਨੂੰ ਬਾਅਦ ਚੋਂ ਤੁਸੀਂ ਫਿਰ ਉਹਦੀ ਸਪੋਰਟ ਕਰਦੇ ਹੋ ਉਹਨੂੰ, ਐਂਡ ਉੱਪਰ ਤੁਸੀਂ BP ਦਾ ਵੀ ਕੱਢਦੇ ਹੋ ਰਿਜ਼ਲਟ। ਤਾਂ ਮੈਨੂੰ ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਹੀ ਲੱਗੀ ਜੀ, ਇੱਥੇ ਕੋਈ ਦੇਖਣ ਵਾਲੀ ਚੀਜ਼ ਓਬਜ਼ਰਵ ਕਰਨ ਵਾਲੀ ਇੱਕ ਹੈਗੀ ਆ। ਇਹਦੇ ਵਿੱਚ ਇੱਕ ਚੀਜ਼ ਆ ਜਿਹੜੀ ਮੇਰੇ ਹਿਸਾਬ ਨਾਲ ਨੋਟਿਸ ਹੋਣੀ ਚਾਹੀਦੀ, ਜੇ ਤੁਹਾਡੇ ਤੋਂ ਕਿਸੇ ਨੂੰ ਪਤਾ ਹੋਵੇ ਜੀ। ਸਰ ਮਤਲਬ ਇਹ ਫਿਕਸਡ ਪੈਟਰਨ ਬਣ ਗਿਆ ਜੀ ਰਾਈਟਿੰਗ ਦਾ ਵੀ, ਜਿਵੇਂ ਪਹਿਲਾ ਪੁਆਇੰਟ ਫਿਰ ਉਹਨੂੰ ਐਕਸਪਲੇਨ ਸੇਮ ਹੀ ਹਾਂਜੀ, ਤੇ ਇਹਨਾਂ ਨੂੰ ਆਪਾਂ ਜੇ ਲੈਂਗੁਏਜ ਦੇ ਵਿੱਚ ਕਹਿਣਾ ਹੋਵੇ ਤਾਂ ਕੀ ਕਵਾਂਗੇ? ਮਕੈਨੀਕਲ BP, ਮਕੈਨੀਕਲ ਬੋਡੀ ਪੈਰਾਗ੍ਰਾਫ। ਤਾਂ ਇਹ ਜਿਹੜੇ ਬੋਡੀ ਪੈਰਾਗ੍ਰਾਫ ਆ, ਮੈਂ ਨਹੀਂ ਤੁਹਾਨੂੰ ਕਹਿ ਰਿਹਾ ਕਿ ਇਹ ਬੁਰੇ ਆ ਜੀ, ਬਟ ਇਹ ਜਿਹੜੀ ਰਾਈਟਿੰਗ ਆ ਇਹਦੀ ਹਾਈਐਸਟ ਜਿਹੜੀ ਮਾਰਕਿੰਗ ਹੈਗੀ ਆ ਉਹ ਹੈਗੀ ਆ 6, 90% ਕੇਸਾਂ ਦੇ ਵਿੱਚ। ਤੇ ਜੇ ਕੋਈ ਬੱਚਾ ਲੈਕਸੀਕਲ ਨੂੰ ਥੋੜਾ ਜਿਹਾ ਵਧਾ ਜਾਵੇ ਇਹਦੇ ਵਿੱਚ ਤੇ ਆਪਣੀ GRA ਨੂੰ ਕੰਟਰੋਲ ਕਰਦੇ ਵਧੀਆ, ਫਿਰ ਹੈਗੀ ਹੈ ਜੀ 6.5। ਜੇ ਤੁਸੀਂ 7 ਬੈਂਡ ਦੇ ਵਿੱਚ ਐਂਟਰ ਕਰਨਾ ਚਾਹੁੰਦੇ ਹੋ, ਜਿਹੜੇ ਬੱਚੇ ਦੀ ਰਿਕੁਆਇਰਮੈਂਟ 7 ਬੈਂਡ ਆ, ਉਹ ਮਕੈਨੀਕਲ BP ਨਾਲ ਤਾਂ ਪੋਸੀਬਲ ਹੀ ਨਹੀਂ ਹੈ ਜੀ। ਕਿਉਂਕਿ ਜਿਹੜਾ ਐਗਜ਼ਾਮੀਨਰ ਆ ਉਹਨੂੰ ਪਤਾ ਵਾ ਕਿ ਤੁਹਾਡੇ ਕੋਲੇ ਬਣੀ ਤਾਂ ਨਹੀਂ ਇੱਕ ਸਟਰਕਚਰ ਆ ਜਿਹਦੇ ਵਿੱਚ ਤੁਸੀਂ ਫਿੱਟ ਕਰੀ ਜਾਂਦੇ ਹੋ ਚੀਜ਼ਾਂ ਨੂੰ ਬਸ। ਤਾਂ ਹਮੇਸ਼ਾ ਯਾਦ ਰੱਖਿਓ ਮਕੈਨੀਕਲ BPs 6 ਬੈਂਡ ਲਿਆ ਸਕਦੇ ਆ, ਇਹਦੇ ਵਿੱਚ ਮੈਂ ਨਹੀਂ ਕਹਿ ਰਿਹਾ ਨਹੀਂ ਲਿਆ ਸਕਦੇ, ਕਿਉਂਕਿ ਬੜੇ ਬੱਚੇ ਮਕੈਨੀਕਲ ਉੱਥੇ ਜਾਨੀ ਕਿ ਐਸੇ ਲੈ ਕੇ ਜਾਂਦੇ ਆ 6 ਬੈਂਡ ਆਰਾਮ ਨਾਲ ਆ ਜਾਂਦੇ ਆ। 6 ਬੈਂਡ 5 ਬੈਂਡ ਆਉਂਦੇ ਆ, ਚਲੋ ਥੋੜਾ ਮੋਟਾ ਮਕੈਨੀਕਲ ਇੱਕ ਅੱਧੀ ਚੀਜ਼ ਨੂੰ ਹਿਲਾਇਆ ਹੁੰਦਾ ਵਾ। 7 ਬੈਂਡ ਦੇ ਵਿੱਚ ਇਹ ਚੀਜ਼, ਜਾਂ ਤੁਸੀਂ ਇਹ ਤੁਹਾਡਾ ਜਾਨੀ ਕਿ ਆਨਸਰ ਆ ਜਾਂਦਾ ਕਿ ਰਾਈਟਿੰਗ ਚ ਛੇਤੀ 7 ਬੈਂਡ ਕਿਉਂ ਨਹੀਂ ਆਉਂਦੇ, ਕਿਉਂਕਿ ਮਾਰਕੀਟ ਦੇ ਵਿੱਚ 90% ਸਟੂਡੈਂਟਸ ਜੋ ਹੈਗੇ ਆ ਉਹ ਟੈਂਪਲੇਟ ਭਰਦੇ ਫਿਰਦੇ ਆ ਨਾ ਕਿ ਸਰ ਸਾਨੂੰ ਇੱਕ ਬਣੀ ਤਣੀ ਸਟਰਕਚਰ ਦਿਓ ਜੀ। ਜਿਵੇਂ ਨਾਰਮਲੀ ਤੁਹਾਡੇ ਚੋਂ ਬੱਚੇ ਕਹਿ ਦਿੰਦੇ ਆ ਕਿ ਸਰ ਸਾਨੂੰ ਉਹ ਦੱਸੋ ਜੀ ਪੈਟਰਨ ਵੀ ਅਸੀਂ ਕਿਵੇਂ ਲਿਖੀਏ। ਪੈਟਰਨ 6 ਬੈਂਡ ਤੇ ਲਾਈ ਕਰਦਾ, ਜਸਟ ਉਹ ਪੈਟਰਨ ਤੁਹਾਡੇ ਸਾਹਮਣੇ ਪਿਆ ਵਾਲਾ। ਤੇ ਜੇ ਕੋਈ ਤੁਹਾਡੇ ਵਿੱਚੋਂ ਬੱਚਾ ਜਿਹਦੀ ਰਿਕੁਆਇਰਮੈਂਟ ਰਾਈਟਿੰਗ ਚੋਂ 7 ਆ, ਉਹ ਇਹ ਟੈਂਪਲੇਟ ਨਹੀਂ ਫੋਲੋ ਕਰ ਸਕਦਾ ਜੀ, ਫਿਰ ਉਹਦੇ ਰਾਈਟਿੰਗ ਚੋਂ ਗੇਨ ਉਹਦੇ 6 ਬੈਂਡ ਰਹਿਣਗੇ, ਜਾਂ ਉਹ 6.5 ਵੀ ਲਿਆ ਸਕਦਾ। ਤੇ ਹੁਣ ਜੇ ਤੁਸੀਂ ਆਹ ਤੁਹਾਡੇ ਸਾਹਮਣੇ ਜਿਹੜਾ ਐਸੇ ਪਿਆ ਜੀ, ਮੈਂ ਇਹਦਾ ਮੇਨ ਰੀਜ਼ਨ ਚੱਕਣ ਦਾ ਸੀ ਤਾਂ ਕਿ ਰਾਈਟਿੰਗ ਦੇ ਵਿੱਚ ਫਰੀडम ਕਿਹਨੂੰ ਕਹਿੰਦੇ ਆ। ਰਾਈਟਿੰਗ ਦੇ ਵਿੱਚ ਮਕੈਨੀਕਲ ਚੀਜ਼ ਨੂੰ ਖਤਮ ਕਰਨਾ ਹੋਵੇ ਤਾਂ ਕੀ ਚੀਜ਼ਾਂ ਹੁੰਦੀਆਂ। ਤੁਸੀਂ ਧਿਆਨ ਨਾਲ ਦੇਖੋ ਜੀ, ਰਾਈਟਰ ਕੋਈ ਇੱਥੇ ਮਕੈਨੀਕਲ ਸਟਰਕਚਰ ਨਹੀਂ ਫੋਲੋ ਕਰ ਰਿਹਾ ਜੀ। ਰਾਈਟਰ ਦਾ ਆਪਣਾ ਪੁਆਇੰਟ ਉਹਨੂੰ ਐਕਸਪਲੇਨ ਕਰ ਰਿਹਾ, ਕੋਈ ਵੀ ਇੱਥੇ ਰਟੀ ਰਟਾਈ ਲਾਈਨ ਨਹੀਂ। ਕਹਿੰਦਾ ਜੀ ਬਹੁਤ ਸਾਰੇ ਚੀਜ਼ ਨੂੰ ਸਟਾਪ ਕਰ ਚੁੱਕਿਆ, ਤੇ ਮੈਂ ਵੀ ਜੀ ਕਹਿੰਦਾ ਮੈਨੂੰ ਵੀ ਇਹ ਚੀਜ਼ ਬੜੀ ਪੋਜ਼ਿਟਿਵ ਲੱਗਦੀ। ਸਟਾਰਟਿੰਗ 'ਚ ਹੀ ਕਹਿਤਾ, ਕਹਿੰਦਾ ਜੀ ਗੂਗਲ ਤੇ ਫੇਸਬੁੱਕ ਦੁਨੀਆ ਦੀਆਂ ਕੰਪਨੀਆਂ ਹੈਗੀਆਂ ਤਾਂ ਹੈ, ਕਨੈਕਟਰ ਨੈਚੁਰਲ ਲਾਏ ਆ ਜੀ ਇਹਨਾਂ ਨੇ, ਕਨੈਕਟਰ ਨੈਚੁਰਲ ਲਾਏ ਆ। ਹਾਊਐਵਰ ਬਾਅਦ ਚੋਂ ਕਹਤਾ ਕਿ ਜੇ ਜਿਹੜੀਆਂ ਕੰਪਨੀਆਂ ਫਰੀडम ਦਿੰਦੀਆਂ ਵਾ
ਡਰੈਸ ਦੇ ਮਾਮਲੇ 'ਚ, ਬਟ ਉਹਦੇ ਨਾਲ ਫਿਰ ਇਹ ਕੰਮ ਜ਼ਰੂਰ ਵਧੀਆ ਟਾਈਪ ਦਾ ਭਾਲਦੀਆਂ ਜੀ। ਤੁਸੀਂ ਦੇਖੋਗੇ ਕਿ ਕੋਈ ਵੀ ਮਕੈਨੀਕਲ ਚੀਜ਼ ਹੈ ਹੀ ਨਹੀਂ ਜੀ ਇਹਦੇ 'ਚ। ਜ਼ਿਆਦਾਤਰ ਜੇ ਤੁਸੀਂ ਮੰਨ ਕੇ ਚੱਲੋ, ਜਿਵੇਂ ਉਹ ਚੀਜ਼ਾਂ ਬੁਰੀਆਂ ਨਹੀਂ ਗੀਆਂ, ਮੈਂ ਤੁਹਾਨੂੰ ਫਿਰ ਕਹਿ ਰਿਹਾ ਜੀ, ਫਸਟਲੀ ਹੋ ਗਿਆ, ਸੈਕੰਡਲੀ ਹੋ ਗਿਆ, ਫਰਦਰ ਮੋਰ ਹੋ ਗਿਆ, ਮੋਰ ਓਵਰ, ਇਹ ਚੀਜ਼ਾਂ ਨੂੰ ਯੂਜ਼ ਕਰਨਾ ਪੈਂਦਾ ਆਪਾਂ ਨੂੰ ਲਿੰਕ ਕਰਵਾਉਣ ਦੇ ਲਈ। ਹੋਰ ਕੋਈ ਰਸਤਾ ਨਹੀਂ ਹੁੰਦਾ ਜੀ ਲੈਂਗੁਏਜ ਦੇ ਵਿੱਚ, ਹੋਰ ਕੋਈ ਵੀ ਰਸਤਾ ਨਹੀਂ ਹੁੰਦਾ ਆਪਣੇ ਕੋਲ। ਜਿਵੇਂ ਦੇਅਰਫੋਰ ਹੋ ਗਿਆ, ਸੋ ਲਾ ਕੇ ਰਿਜ਼ਲਟ ਕੱਢਣਾ ਹੋ ਗਿਆ ਜੀ, ਫਿਰ ਐਜ਼ ਅ ਰਿਜ਼ਲਟ ਹੋ ਗਿਆ, ਇਹ ਵਾਲੀਆਂ ਚੀਜ਼ਾਂ ਆਪਣੀਆਂ। ਬਟ ਇਹਨਾਂ ਨਾਲ ਦਿੱਕਤ ਕਿੱਥੇ ਪੈਂਦੀ ਆ, ਜਦੋਂ ਤੁਸੀਂ ਇਹਨਾਂ ਨੂੰ ਫਿਕਸ ਜਗ੍ਹਾ ਦੇ ਉੱਪਰ ਲਾਉਣ ਲੱਗ ਜਾਂਦੇ ਹੋ ਜੀ। ਜਦੋਂ ਤੁਸੀਂ ਦੋਨੇ ਬੀਪੀ ਦੀ ਡਿਜ਼ਾਈਨਿੰਗ ਸੇਮ ਕਰ ਦਿੰਦੇ, ਜਦੋਂ ਤੁਸੀਂ ਬੀਪੀ 1 'ਚ ਵੀ ਰਿਜ਼ਲਟ ਜਿੱਥੇ ਕੱਢਿਆ, ਬੀਪੀ 2 ਦਾ ਰਿਜ਼ਲਟ ਵੀ ਉੱਥੇ, ਬੀਪੀ 1 ਦੇ ਵਿੱਚ ਵੀ ਤੁਸੀਂ ਜਿੱਥੇ ਐਗਜ਼ਾਮਪਲ ਦਿੱਤੀ ਸੀਗੀ, ਬੀਪੀ 2 ਦੀ ਵੀ ਉੱਥੇ ਹੀ ਜੀ। ਤਾਂ ਫਿਰ ਇਹ ਮਕੈਨੀਕਲ ਚੀਜ਼ਾਂ ਬਣਦੀਆਂ। ਫਿਰ ਇਹਨਾਂ ਦੀ ਹੱਦ 6.5 ਹੋ ਸਕਦੀ ਆ। 6.5 ਘੱਟ ਕੇਸਾਂ 'ਚ ਹੋਊਗੀ, ਜ਼ਿਆਦਾਤਰ ਫਿਰ 6 ਬੈਂਡ ਦੇ ਲਈ ਇਹ ਚੀਜ਼ ਵਧੀਆ ਲੈਵਲ ਦੀ ਹੈ ਜੀ। ਤਾਂ ਇਹ ਚੀਜ਼ ਨੂੰ ਯਾਦ ਰੱਖਿਓ ਜੀ ਹਮੇਸ਼ਾ। ਅੱਗੇ ਚੱਲਦੇ ਹਾਂ। ਤਾਂ ਜਿਹੜਾ ਤੁਹਾਡੇ ਸਾਹਮਣੇ ਬੀਪੀ ਪਿਆ, ਇਹਦੇ ਵਿੱਚ ਕੋਈ ਵੀ ਮਕੈਨੀਕਲ ਨਾਮ ਦੀ ਚੀਜ਼ ਨਹੀਂ। ਆਪਾਂ ਸਾਈਮਨ ਦੇ ਬੜੇ ਐਸੇ ਪੜ੍ਹੇ ਆ, ਤੁਹਾਨੂੰ ਪਤਾ ਸਾਈਮਨ ਖੁਦ ਕਨੈਕਟਰਸ ਨੂੰ ਫੋਲੋ ਕਰਦਾ, ਜਿਵੇਂ ਕਿ ਫਸਟਲੀ ਹੋ ਗਿਆ, ਫੋਰਮੋਸਟ ਹੋ ਗਿਆ, ਫਰਦਰ ਮੋਰ। ਬਟ ਇਹਦੇ ਜੋ ਐਸੇ ਹੁੰਦੇ ਆ ਜੀ, ਉਹ ਵੱਖਰੇ ਵੱਖਰੇ ਪਰਸਪੈਕਟਿਵ ਤੋਂ ਲਿਖੇ ਹੁੰਦੇ ਆ ਜੀ। ਤੁਸੀਂ ਕਦੇ ਨੋਟ ਕੀਤਾ ਹੋਊ, ਕਦੇ ਕਦੇ ਇਹਦਾ ਕੋਈ ਐਸੇ ਹੁੰਦਾ ਜਿਹਦੇ ਵਿੱਚ ਲੈਕਸੀਕਲ ਰਿਸੋਰਸਸ ਨੂੰ ਬਹੁਤ ਟੌਪ ਉੱਪਰ ਰੱਖਿਆ ਹੁੰਦਾ ਵਾ ਜੀ। ਦੂਜਿਆਂ ਵਿੱਚ, ਹੋਰਾਂ 'ਚ ਦੇਖੀਏ ਤਾਂ ਇਹਦੀ GRA ਬੜੀ ਵਧੀਆ ਲੈਵਲ ਦੀ ਹੁੰਦੀ ਹੈ ਜੀ। ਤੇ ਆਹ ਜਿਹੜਾ ਇਹਦਾ ਐਸੇ ਸੀਗਾ, ਇਹ ਜਿਹੜੀ ਆਪਾਂ ਕੋਰੈਂਸ ਤੇ ਕੋਹੀਜ਼ਨ ਕਹਿੰਦੇ ਆ ਜੀ, ਖਾਸ ਕਰਕੇ ਕੋਰੈਂਸ ਤੇ ਕੋਹੀਜ਼ਨ, ਉਹਨਾਂ ਦੇ ਵਿੱਚ ਥੋੜੀ ਜਿਹੀ ਫਰੀडम ਸ਼ੋ ਕਰਨ ਵਾਲਾ ਵਾ ਜੀ। ਚਲੋ ਜੀ ਨੈਕਸਟ ਚੱਲਦੇ ਆ ਆਪਾਂ। ਹਾਲਾਂਕਿ ਜੇ ਤੁਸੀਂ ਸੈਂਟੈਂਸ ਫਾਰਮੇਸ਼ਨ ਦੇ ਵਿੱਚ ਦੇਖੋ ਤਾਂ ਇਹਨੇ ਉਹਦੇ ਵਿੱਚ ਵੀ ਆਹ ਕੰਪਾਊਂਡ ਸੈਂਟੈਂਸ ਪਿਆ ਵਾ, ਇੱਥੇ ਵੀ ਕੰਪਾਊਂਡ ਸੈਂਟੈਂਸ ਪਿਆ ਜੀ, ਇੱਥੇ ਆ ਕੰਪਲੈਕਸ ਪਿਆ ਵਾ। ਬਟ ਹਾਂ, ਇੱਕ ਨੈਗੇਟਿਵ ਪੁਆਇੰਟ ਆ ਜੀ, ਨੈਗੇਟਿਵ ਪੁਆਇੰਟ ਆ, ਵੇਰੀਏਸ਼ਨ ਜ਼ਿਆਦਾ ਲੈਵਲ ਦੀ ਨਹੀਂ। ਕੰਪਾਊਂਡ ਸੇਮ ਸੀਗੇ ਜੀ, ਤੇ ਨਾਲ ਕੰਪਲੈਕਸ ਵੀ ਸੇਮ ਹੋ ਗਏ ਜੀ। ਅਗੇਨ ਕਹਿ ਰਿਹਾ ਵਾਂ ਕਿ ਕੋਈ ਵੀ ਰਾਈਟਰ ਆ ਕਿਸੇ ਇੱਕ ਜਾਂ ਉਹ ਖਿੱਚ ਤੂ ਕੇ 3 ਪੈਰਾਮੀਟਰਸ ਨੂੰ ਆਪਣੇ ਧਿਆਨ 'ਚ ਰੱਖ ਸਕਦਾ ਵਾ, ਚੌਥਾ ਉਹਦੇ ਲਈ ਥੋੜਾ ਡਿਫਿਕਲਟ ਹੋ ਜਾਂਦਾ ਜੀ। ਚਲੋ ਜੀ ਅੱਗੇ ਚੱਲਦੇ ਹਾਂ ਜੀ ਆਪਾਂ। ਹਾਊਐਵਰ ਤੁਸੀਂ ਦੇਖੋਗੇ ਕਿ ਇਹਦੀ ਜੇ ਇੱਕ ਚੀਜ਼ ਸਟਰੋਂਗ ਆ ਤਾਂ ਦੂਜੀ ਚੀਜ਼ ਵੀਕ ਵੀ ਹੈ ਜੀ। ਤੁਹਾਡੇ ਚੀਜ਼ਾਂ ਸਾਹਮਣੇ ਆ, ਤੁਹਾਨੂੰ ਲਿਖ ਰਹੀਆਂ ਸਾਰੀਆਂ ਚੀਜ਼ਾਂ। ਤੇ ਕੋਈ ਵੀ ਰਾਈਟਰ ਹੁੰਦਾ, ਜਦੋਂ ਤੁਸੀਂ ਲਿਖਦੇ GRA ਬਾਰੇ ਸੋਚਦੇ ਹੋ, ਨੈਚੁਰਲ ਜੀ ਗੱਲ ਆ, ਤੁਸੀਂ ਵਧੀਆ ਕੋਲੋਕੇਸ਼ਨ ਨਹੀਂ ਸੋਚ ਸਕਦੇ ਜੀ। ਜਾਂ ਤੁਸੀਂ GRA ਤੇ ਕੋਲੋਕੇਸ਼ਨ ਨੂੰ ਦੋਨਾਂ ਨੂੰ ਜਾਣੀ ਕਿ ਬਰਾਬਰ ਰੱਖੋਗੇ, ਪਰ ਤੁਸੀਂ ਥੋੜੀ ਥੋੜੀ ਕੁਆਲਿਟੀ ਸਾਰਿਆਂ ਦੀ ਵਧਾ ਸਕਦੇ ਹੋ। ਜੇ ਸਾਰਿਆਂ ਦੀ ਇੱਕੋ ਦਮ ਨਹੀਂ ਵਧਾ ਸਕਦਾ, ਥੋੜੀ ਥੋੜੀ ਤਾਂ ਵਧਾ ਹੀ ਸਕਦੇ ਹੋ। ਹਾਊਐਵਰ ਜੀ, ਹੁਣ ਦੇਖੋ ਨੇ ਇਹਦੇ ਵਿੱਚ ਟੈਕਨੋਲੋਜੀ ਸੈਕਟਰ ਚੱਕਿਆ ਸੀਗਾ ਜੀ, ਤੇ ਇਹਨੇ ਸਾਬਿਤ ਕਰਤਾ ਕਿ ਇਹਦੇ ਵਿੱਚ ਯੂਨੀਫਾਰਮ ਜਿਹੜੀ ਹੈ ਉਹ ਜ਼ਰੂਰੀ ਨਹੀਂ ਹੈ ਜੀ। ਹੁਣ ਇਹਨੇ BP 2 'ਚ ਕੀ ਕਿਹਾ ਜੀ, ਕਹਿੰਦਾ ਜੀ ਹਾਊਐਵਰ, ਕਹਿੰਦਾ ਜੀ ਮੈਂ ਇੱਕ ਹੋਰ ਚੀਜ਼ ਉੱਪਰ ਆਰਗੂਮੈਂਟ ਕਰਦਾ ਵਾਂ। ਉਹ ਕਿਹੜੀ ਚੀਜ਼ ਆ, ਦੈਟ ਔਰ ਰੂਲਸ ਜਿਹੜੇ ਹੈਗੇ ਆ, ਰੂਲਸ ਰਿਗਾਰਡਿੰਗ EMPLOYEES ਕਲੋਥਿੰਗ, ਜਿਹੜੇ ਇਹਦੇ ਰਿਗਾਰਡਿੰਗ ਰੂਲਸ ਹੈਗੇ ਆ, ਸਟਿਲ ਕਹਿੰਦਾ ਜੀ ਉਹ ਰੈਲੇਵੈਂਟ ਹੈ ਜੀ। ਕਹਿੰਦੇ ਵਿੱਚ ਜੀ ਜਿਹੜੀਆਂ ਦੂਜੀਆਂ ਵਰਕ ਸਿਚੁਏਸ਼ਨਸ ਹੈਗੀਆਂ, ਕਿਹੜੀਆਂ ਦੇਖਦੇ ਆਪਾਂ ਜਾ ਕੇ ਜੀ। ਹਾਂਜੀ ਜੀ, ਕਹਿੰਦੇ ਜੀ ਆਪਾਂ ਹਮੇਸ਼ਾ ਐਕਸਪੈਕਟ ਕਰਦੇ ਹਾਂ, ਆਪਾਂ ਹਮੇਸ਼ਾ ਹੋਪ ਕਰਦੇ ਹਾਂ ਸਰਟਨ ਪ੍ਰੋਫੈਸ਼ਨਲਸ, ਸਰਟਨ ਕਿਹੜੇ ਜੀ, ਜਿਵੇਂ ਕਿ ਨਰਸਸ ਹੋ ਗਈਆਂ ਜੀ, ਜਿਵੇਂ ਕਿ ਪੁਲਿਸ ਆਫੀਸਰ ਹੋ ਗਏ, ਜਾਂ ਜਿਹੜੇ ਪਾਇਲਟ ਹੋ ਗਏ ਜੀ, ਟੂ ਵੀਅਰ ਯੂਨੀਫਾਰਮ। ਕਹਿੰਦੇ ਜੀ ਕੁਝ ਕੁ ਪ੍ਰੋਫੈਸ਼ਨਸ ਹੈਗੇ ਆ ਜਿਨ੍ਹਾਂ ਤੋਂ ਆਪਾਂ ਇੱਕ ਤਰ੍ਹਾਂ ਦੀ ਹੋਪ ਹੀ ਰੱਖਦੇ ਆ ਬਈ ਉਹਨਾਂ ਦੇ ਯੂਨੀਫਾਰਮ ਹੋਣੀਆਂ ਹੀ ਚਾਹੀਦੀਆਂ ਜੀ। ਫੋਰ ਐਗਜ਼ਾਮਪਲ ਤੁਸੀਂ ਖੁਦ ਸੋਚ ਲਓ, ਜੇ ਇੱਕ ਪੁਲਿਸ ਆਫੀਸਰ ਮੰਨ ਕੇ ਚੱਲੋ ਲੋਅਰ ਤੇ ਟੀ-ਸ਼ਰਟ ਪਾ ਕੇ ਮਾਰਕੀਟ ਦੇ ਵਿੱਚ ਹੋਵੇ, ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗੂਗਾ ਵੀ ਇਹ ਜਾਣੀ ਕਿ ਪੁਲਿਸ ਆਫੀਸਰ ਹੈ। ਤੁਸੀਂ ਇੱਕ ਡਾਕਟਰ ਜਾਂ ਨਰਸ ਨੂੰ ਲੈ ਲਓ, ਇੱਕ ਡਾਕਟਰ ਦੇ ਨਾਈਟ ਸੂਟ ਪਾ ਕੇ ਸਰਜਰੀ ਕਰਨ ਆਵੇ ਤਾਂ ਉਹਨੂੰ ਦੇਖ ਕੇ ਕਿੱਦਾਂ ਲੱਗੂਗਾ ਜੀ ਆਪਾਂ ਨੂੰ। ਯਾਨੀ ਕਿ ਕੁਝ ਕੁ ਪ੍ਰੋਫੈਸ਼ਨਸ ਹੈਗੇ ਆ, ਜਾਂ ਤੁਸੀਂ ਲਾਇਰ ਤੇ ਚੱਕ ਲਓ ਜੀ, ਜੋ ਕੈਪਰੀ ਪਾ ਕੇ ਮੰਨ ਕੇ ਲਓ ਕੇਸ ਲੜਨ ਜਾਵੜੇ ਜੀ ਕੋਰਟ ਦੇ ਵਿੱਚ, ਤਾਂ ਇਹਨਾਂ ਨੂੰ ਆਪਣੀਆਂ ਜੋ ਅੱਖਾਂ ਹੈਗੀਆਂ ਵਾ, ਇਹ ਚਾਹੁੰਦੀਆਂ ਨਹੀਂ ਕਿ ਇਹ ਯੂਨੀਫਾਰਮ ਤੋਂ ਬਿਨਾਂ ਹੋਣ ਜੀ ਕਦੇ। ਤਾਂ ਹਮੇਸ਼ਾ ਯਾਦ ਰੱਖੋ ਇਹਨੇ ਹੁਣ ਕੀ ਕਹਿਣਾ ਚਾਹੁੰਦਾ BP 2 ਦੇ ਵਿੱਚ, ਕਹਿੰਦਾ ਜੀ ਆਪਾਂ ਹੋਪ ਰੱਖਦੇ ਹਾਂ ਸਰਟਨ ਪ੍ਰੋਫੈਸ਼ਨਸ, ਜਿਵੇਂ ਕਿ ਨਰਸਸ ਹੋ ਗਈਆਂ ਜੀ, ਫਿਰ ਪੁਲਿਸ ਆਫੀਸਰ ਹੋ ਗਏ ਜੀ, ਪਾਇਲਟ ਹੋ ਗਏ ਜੀ, ਬਈ ਯੂਨੀਫਾਰਮ ਪਾਉਣ ਦੇ ਲਈ ਇਹਨਾਂ ਨੂੰ। ਹੁਣ ਦੇਖੋ ਮੈਂ ਹਮੇਸ਼ਾ ਕਹਿ ਰਿਹਾ ਜੀ, ਇਹਦੇ ਵਿੱਚ ਨੇ ਜਿਹੜੀ ਕੋਹੀਜ਼ਨ ਆ ਉਹ ਬਹੁਤ ਜ਼ਿਆਦਾ ਨੈਚੁਰਲ ਲੈਵਲ ਦੀ ਸ਼ੋ ਕੀਤੀ ਹੈ ਜੀ, 7 ਬੈਂਡ ਵਾਲੀ ਕੋਹੀਜ਼ਨ। ਥੀਜ਼ ਯੂਨੀਫਾਰਮਸ,
ਦੇਖੋ ਲਾਈਨ ਜਿਹੜੀ ਇੱਕ ਦੂਜੇ ਨਾਲ ਜੁੜ ਰਹੀ ਹੈ ਜੀ, ਧਿਆਨ ਨਾਲ ਦੇਖਿਓ, ਜਿਹੜੀ ਇਹ ਲਾਈਨ ਇੱਕ ਦੂਜੇ ਦੇ ਨਾਲ ਜੁੜ ਰਹੀ ਆ, ਇਹਨਾਂ ਦੇ ਵਿੱਚ ਕੋਈ ਉਦਾਂ ਦਾ ਕਨੈਕਟਰ ਨਹੀਂ ਹੈਗਾ ਗਾ ਜਿਨ੍ਹਾਂ ਨੂੰ ਆਪਾਂ ਸਟਾਰਟਰ ਕਨੈਕਟਰ ਕਹਿੰਦੇ ਹੁੰਦੇ ਆ, ਜਿਹੜੇ ਸਟਾਰਟਿੰਗ ਦੇ ਵਿੱਚ ਲੱਗਦੇ ਹੁੰਦੇ, ਜਿਵੇਂ ਆਪਾਂ ਕਹਿੰਦੇ ਆ ਫਰਦਰ ਮੋਰ, ਸੈਕੰਡਲੀ ਜਾਂ ਇਦਾਂ ਦੀਆਂ ਚੀਜ਼ਾਂ ਨਹੀਂ, ਬਲਕਿ ਜੋ ਪਿੱਛੇ ਗੱਲ ਹੋ ਰਹੀ ਆ, ਪਿੱਛੇ ਇਹਨਾਂ ਨੇ ਲਿਖਿਆ ਸੀਗਾ ਆ ਪਹਿਲੀ ਚੀਜ਼ ਹੋ ਗਈ ਜੀ, ਆ ਦੂਸਰੀ ਹੋ ਗਈ ਤੇ ਆ ਤੀਸਰੇ ਨੰਬਰ ਤੇ ਚੀਜ਼ ਹੋ ਗਈ। ਇਹ ਕਹਿੰਦੇ ਜਿਹੜੀਆਂ ਯੂਨੀਫਾਰਮਸ ਹੈਗੀਆਂ ਵਾ, ਜਿਹੜੇ ਪਿੱਛੇ ਪ੍ਰੋਫੈਸ਼ਨ ਦੱਸਿਆ, may have a practical or safety function, ਇਹਨਾਂ ਦੇ ਕਹਿੰਦੇ ਜੀ ਪ੍ਰੈਕਟੀਕਲ ਤੇ ਸੇਫਟੀ ਫੰਕਸ਼ਨ ਹੁੰਦੇ ਆ। ਫੋਰ ਐਗਜ਼ਾਮਪਲ ਜਿਵੇਂ ਪਾਇਲਟ ਦੀ ਜਿਹੜੀ ਡਰੈਸ ਹੁੰਦੀ ਆ, ਉਹ ਥੋੜੀ ਜੀ ਉਸ ਹਿਸਾਬ ਨਾਲ ਬਣਾਈ ਹੋ ਸਕਦੀ ਉਹਨਾਂ ਦੀ ਜੀ, ਜਾਂ ਡਾਕਟਰ ਦੀ ਜਿਹੜੀ ਡਰੈਸ ਆ ਉਹ ਇਦਾਂ ਦੀ ਹੁੰਦੀ ਆ ਕਿ ਜਿਨ੍ਹਾਂ ਦੇ ਵਿੱਚ ਕੋਈ ਜਾਣੀ ਕਿ ਬੈਕਟੀਰੀਆ ਵਗੈਰਾ ਜੋ ਹੈਗੇ ਆ ਉਹ ਪੈਨੀਟ੍ਰੇਟ ਨਾ ਹੋਣ, ਇਦਾਂ ਦੀਆਂ ਥੋੜੀਆਂ ਚੇਂਜਸ ਹਰ ਇੱਕ ਪ੍ਰੋਫੈਸ਼ਨ ਦੇ ਵਿੱਚ ਕੀਤੀਆਂ ਜਾਂਦੀਆਂ। ਤੁਸੀਂ ਸੋਲਜਰ ਨੂੰ ਚੱਕੋਗੇ ਤਾਂ ਉਹਨਾਂ ਦੀਆਂ ਡਰੈਸਸ ਹਾਰਡ ਹੁੰਦੀਆਂ ਕਾਫੀ, ਜਾਣੀ ਕਿ ਬੁਲਟ ਪ੍ਰੂਫ ਵੀ ਹੁੰਦੀਆਂ ਵਾ ਜੀ। ਤਾਂ ਕਹਿੰਦੇ ਜੀ ਇਹ ਯੂਨੀਫਾਰਮਸ ਇਹ ਪ੍ਰੈਕਟੀਕਲੀ ਤੇ ਇਹਨਾਂ ਵਿੱਚ ਸੇਫਟੀ ਫੰਕਸ਼ਨ ਹੁੰਦੇ ਆ, ਬਟ ਪਰਹੈਪਸ ਤੇ ਕਹਿੰਦੇ ਜੇ ਆਪਾਂ ਅਸਲ ਦੇ ਵਿੱਚ ਦੇਖੀਏ ਜੀ, ਮੋਰ ਇੰਪੋਰਟੈਂਟਲੀ ਦੇ ਹਾਂਜੀ ਉਹ ਕੀ ਕਰਦੇ, ਕਹਿੰਦੇ ਉਹ ਆਈਡੈਂਟੀਫਾਈ ਕਰਦੇ ਆ ਪਰਸਨ ਦੀ ਪੋਜੀਸ਼ਨ। ਇੱਕ ਤਾਂ ਜੀ ਕਹਿੰਦੇ ਇਹ ਜਾਣੀ ਕਿ ਪ੍ਰੋਫੈਸ਼ਨ ਦੇ ਵਿੱਚ ਕਿਉਂ ਯੂਨੀਫਾਰਮ ਜ਼ਰੂਰੀ ਆ, ਕਿਉਂਕਿ ਇਹਨਾਂ ਦੇ ਸੇਫਟੀ ਫੰਕਸ਼ਨ ਹੁੰਦੇ ਆ ਜੀ। ਦੂਸਰੇ ਨੰਬਰ ਤੇ ਇਹਨਾਂ ਦੇ ਯੂਨੀਫਾਰਮ ਨੂੰ ਦੇਖ ਕੇ ਹੀ ਆਪਾਂ ਇਹਨਾਂ ਨੂੰ ਪਹਿਚਾਣਦੇ ਆ ਜੀ। ਡਾਕਟਰ ਦੀ ਪਹਿਚਾਣ ਕਿੱਥੋਂ ਹੁੰਦੀ, ਉਹਦੀ ਯੂਨੀਫਾਰਮ ਦੇਖ ਕੇ, ਜਾਂ ਇੱਕ ਪੁਲਿਸ ਆਫੀਸਰ ਆ ਉਹਦੀ ਵੀ ਯੂਨੀਫਾਰਮ ਦੇਖ ਕੇ। ਤਾਂ ਕਹਿੰਦੇ ਇਹ ਆਇਡੈਂਟੀਫਾਈ ਕਰਦੇ ਆ ਜੋ ਪਰਸਨ ਦੀ ਪੋਜੀਸ਼ਨ ਆ ਤੇ ਰੋਲ ਆ ਜਿਹੜਾ ਸੁਸਾਇਟੀ ਦੇ ਵਿੱਚ। ਅਗੇਨ ਇੱਕ ਬਹੁਤ ਜ਼ਿਆਦਾ ਨੈਚੁਰਲ ਕਨੈਕਟਰ ਲਾਇਆ ਜੀ, ਜੇ ਇਹਨੂੰ ਕੋਹੀਜ਼ਨ ਦੇ ਵਿੱਚੋਂ ਬੈਂਡ ਦੇਣੇ ਹੋਣ ਤਾਂ 7.5 ਪਲੱਸ ਬੈਂਡ ਵਾਲਾ ਜੀ, ਮੈਂ ਕੋਹੀਜ਼ਨ ਤੋਂ ਕਹਿ ਰਿਹਾ ਵਾਂ, ਯਾਦ ਰੱਖਿਓ ਕੋਹੀਜ਼ਨ ਦੇ ਪੁਆਇੰਟ ਆਫ ਵਿਊ ਤੋਂ ਜੀ, ਤੇ ਕੋਰੈਂਸ ਦੇ ਪੁਆਇੰਟ ਆਫ ਵਿਊ ਤੋਂ ਵੀ ਬਹੁਤ ਜ਼ਿਆਦਾ ਬੈਂਡ ਸਕੋਰਿੰਗ ਹੈ ਐਸੇ ਜਿਹੜਾ ਹੈਗਾ ਜੀ। ਤੇ ਕੀ ਕਹਿੰਦੇ ਜੀ ਸਿਮਿਲਰਲੀ, ਅੱਛਾ ਸਿਮਿਲਰਲੀ ਕਾਹਤੋਂ ਲਾਇਆ ਇਹਨੇ, ਜਿਹੜਾ ਇਹ ਪਿੱਛੇ ਦੱਸ ਕੇ ਆਏ ਚੀਜ਼ਾਂ ਉਹਨਾਂ ਦੇ ਨਾਲ ਸੇਮ ਹੋਰ ਦੱਸਣਾ ਚਾਹੁੰਦਾ। ਸਿਮਿਲਰਲੀ ਕਹਿੰਦੇ ਜੀ ਜਿਹੜੇ ਲਾਇਰ ਆ, ਫਿਰ ਪੋਲੀਟੀਸ਼ੀਅਨ ਆ ਤੇ ਸਕੂਲ ਪ੍ਰਿੰਸੀਪਲ ਆ, may choose to wear formal, ਕਹਿੰਦੇ ਇਹ ਤਿੰਨ ਕਹਿੰਦੇ ਚੂਜ਼ ਕਰ ਸਕਦੇ ਆ ਫਾਰਮਲ। ਫਾਰਮਲ ਕਿਉਂ ਜੀ, ਕੀ ਪਰਪਸ ਉਹਨਾਂ ਪਿੱਛੇ ਦਾ, ਕਿਉਂਕਿ ਕਹਿੰਦੇ ਪੋਰਟਰੇ ਕਰਦੇ ਆ, ਪੋਰਟਰੇ ਦਾ ਮਤਲਬ ਸ਼ੋ ਕਰਨਾ ਜੀ, ਨੋਟ ਕਰ ਲਿਓ। ਕਹਿੰਦੇ ਜੀ ਪੋਰਟਰੇ ਕਰਦੇ ਆ ਪਿਕਚਰ ਆਫ, ਹਾਂਜੀ ਅਥਾਰਟੀ ਦਾ ਮਤਲਬ ਕਿ ਇਹ ਇਹਨਾਂ ਦੇ ਹੱਥ 'ਚ ਪਾਵਰ ਆ ਜੀ। ਕਹਿੰਦੇ ਜੀ ਜਿਹੜੇ ਲਾਇਰ ਹੋ ਗਏ, ਪੋਲੀਟੀਸ਼ੀਅਨ ਹੋ ਗਏ, ਸਕੂਲ ਪ੍ਰਿੰਸੀਪਲ ਹੋ ਗਏ ਜੀ, ਕਹਿੰਦੇ ਉਹਨਾਂ ਨੂੰ ਵੀ ਫਾਰਮਲ ਹੀ ਹੈ ਜੀ, ਕਹਿੰਦੇ ਉਹਨਾਂ ਵੀ ਫਾਰਮਲ ਹੀ ਚੂਜ਼ ਕਰ ਸਕਦੇ ਆ, ਫੇਰ ਹੀ ਉਹਨਾਂ ਦੀ ਪਾਵਰ ਸ਼ੋ ਹੋਊਗੀ ਜੀ। ਹਾਂਜੀ ਤੇ ਫੇਰ ਹੀ ਉਹਨਾਂ ਦੀ ਜਿਹੜੀ ਯਾਨੀ ਕਿ ਟਰਸਟ ਵਰਦੀਨੈਸ, ਬਈ ਉਹਨਾਂ ਤੇ ਭਰੋਸਾ ਹੋਊਗਾ ਜੀ। ਤੇ ਨਾਲ ਹੀ ਡਿਲੀਜੈਂਸ ਦਾ ਮਤਲਬ ਉਹਨਾਂ ਦਾ ਹਾਰਡ ਵਰਕ ਕਿਤਨਾ ਕਿਤੇ ਸ਼ੋ ਹੁੰਦਾ ਉਹਨਾਂ ਦੇ ਵਿੱਚ। ਹਾਂਜੀ ਨੈਕਸਟ ਲਾਈਨ ਦੇਖਦੇ ਜੀ ਕੀ ਕਹਿੰਦੇ, ਕਹਿੰਦੇ ਜੀ ਮੈਂ ਬਲੀਵ ਕਰਦਾ ਵਾਂ, ਕਹਿੰਦੇ ਮੋਸਟ ਆਫ ਅਸ ਜਿਹੜੇ ਹੈਗੇ ਆ ਪ੍ਰੈਫਰ ਟੂ ਸੀ these professionals, these ਕਿਹੜੇ ਜੀ, ਜਿਹੜੇ ਉੱਪਰ ਦੱਸੇ ਆ ਜੀ, ਫਿਰ ਕੋਰੈਂਸ ਬਣਾ ਰਹੇ ਆ ਜੀ। ਆਪਾਂ ਕਹਿੰਦੇ ਜੀ ਇਹਨਾਂ ਨੂੰ ਦੇਖਣਾ ਚਾਹੁੰਦੇ ਹੁੰਦੇ ਆ ਕਿ ਇਹਦੇ ਵਿੱਚ ਸਮਾਰਟ ਫਾਰਮਰ ਟਾਇਰ ਦਾ ਮਤਲਬ ਹੋ ਗਿਆ ਕਲੌਥ ਹੀ। ਕਹਿੰਦੇ ਜੀ ਈਵਨ ਇਫ ਇਟ ਇਜ਼ ਨਾਟ ਸਟ੍ਰਿਕਟਲੀ ਨੈਸੈਸਰੀ, ਭਾਵੇਂ ਜੀ ਕਹਿੰਦੇ ਇਹ ਜ਼ਰੂਰੀ ਨਹੀਂਗਾ, ਬਟ ਫਿਰ ਵੀ ਜਿਹੜੇ ਪ੍ਰੋਫੈਸ਼ਨ ਆ ਇਹਨਾਂ ਨੂੰ ਆਪਾਂ ਯੂਨੀਫਾਰਮ ਦੇ ਵਿੱਚ ਦੇਖਣਾ ਹੀ ਚਾਹੁੰਦੇ ਹੁੰਦੇ ਆ। ਤਾਂ ਜੀ BP1 ਦੇ ਵਿੱਚ ਉਹ ਫੀਲਡ ਜਿਹਦੇ ਵਿੱਚ ਯੂਨੀਫਾਰਮ ਜ਼ਿਆਦਾ ਮੈਟਰ ਨਹੀਂ ਕਰਦੀ, BP2 ਦੇ ਵਿੱਚ ਜਿਹੜੇ ਪ੍ਰੋਫੈਸ਼ਨ ਆ, ਜਿਹੜੀਆਂ ਫੀਲਡਸ ਆ ਜਿਨ੍ਹਾਂ ਦੇ ਵਿੱਚ ਯੂਨੀਫਾਰਮ ਹੋਣੀਆਂ ਚਾਹੀਦੀਆਂ ਵਾ ਤੇ ਆਪਾਂ ਹੋਪ ਰੱਖਦੇ ਆ ਵੀ ਉਹਨਾਂ ਨੂੰ ਪਾਉਣੀਆਂ ਹੀ ਚਾਹੀਦੀ। ਬਾਅਦ ਚੋਂ ਕਨਕਲੂਜਨ ਜੀ ਕੀ ਕਹਿੰਦੇ, ਕਨਕਲੂਜਨ ਕਹਿੰਦੇ ਜੀ ਮੈਂ ਸਪੋਰਟ ਕਰਦਾ ਵਾਂ ਦਾ ਟ੍ਰੈਂਡ ਨੂੰ ਸਪੋਰਟ ਕਰਦਾ ਟੁਵਰਡਸ, ਕਿਹਦੇ ਟੁਵਰਡ ਜੀ, ਜਿਹਦੇ ਵਿੱਚ ਉਹ ਕਹਿੰਦੇ ਰਿਲੈਕਸਡ ਡਰੈਸ ਕੋਡ ਹੁੰਦੇ ਆ। ਰਿਲੈਕਸ ਦਾ ਮਤਲਬ ਕਿ ਜੋ ਮਰਜ਼ੀ ਪਾਓ ਫॉर ਵਰਕਰਸ, ਬਟ ਕਿਉਂਕਿ ਇਹ ਪਾਰਸ਼ਲੀ ਸੀਗਾ ਜੀ, ਕਹਿੰਦੇ ਬਟ ਆਈ ਡੋਂਟ ਸੀ, ਕਹਿੰਦਾ ਜੀ ਮੈਨੂੰ ਨਹੀਂ ਲੱਗਦਾ ਕੋਈ ਜਾਨੀ ਕਿ ਪ੍ਰੈਕਟੀਕੇਬਲ ਚੀਜ਼ ਹੈਗੀ ਆ ਸਾਰੇ ਆਕੂਪੇਸ਼ਨ ਤੇ। ਇਹਦੇ ਕਹਿਣ ਦਾ ਮਤਲਬ ਜੀ ਸਾਰੇ ਆਕੂਪੇਸ਼ਨ ਤੇ ਸਾਰੇ ਸੈਕਟਰ ਆਫ ਇਕਨੋਮੀ ਜਿਹੜੇ ਹੈਗੇ ਆ ਉਹਨਾਂ ਸਾਰਿਆਂ ਤੇ ਨਹੀਂ ਇਹ ਚੀਜ਼, ਇਹ ਟ੍ਰੈਂਡ ਲਾਇਆ ਜਾ ਸਕਦਾ। ਹਾਂ ਕਿੰਨਾ ਤੇ ਲਾਇਆ ਜਾ ਸਕਦਾ ਵਾ, ਜਿਹੜੇ ਕੁਝ ਕਿ ਮੈਂ ਤੁਹਾਨੂੰ ਦੱਸ ਕੇ ਆਇਆ ਵਾਂ ਜੀ। ਉਹ ਜਿਹੜਾ ਕਨਕਲੂਜਨ ਉਹ ਥੋੜਾ ਜਿਹਾ ਵੀਕ ਸੀਗਾ, ਤੁਸੀਂ ਇਹਦੇ ਵਿੱਚ ਕਹਿ ਸਕਦੇ ਸੀਗੇ ਜੀ
ਕਿ ਜੇ ਆਪਾਂ ਇੱਥੇ ਮੈਂਸ਼ਨ ਕਰਨਾ ਚਾਹੀਦਾ ਸੀ ਇਹਨੂੰ ਕਿ ਜੀ ਮੈਂ ਸਪੋਰਟ ਕਰਦਾ ਵਾਂ ਟ੍ਰੈਂਡ ਵਾਲਾ ਰਿਲੈਕਸਡ ਡਰੈਸ ਕੋਡ ਵਾਲਾ, ਕਿਹਦੇ ਵਿੱਚ ਜੀ, ਕਿ ਜਿਵੇਂ ਟੈਕਨੋਲੋਜੀ ਵਾਲੀ ਫੀਲਡ ਦੇ ਵਿੱਚ ਆ ਜੀ, ਉੱਥੇ ਜ਼ਿਆਦਾ ਫਰਕ ਨਹੀਂ ਪੈਂਦਾ। ਬਟ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਆਪਾਂ ਸਾਰੇ ਆਕੂਪੇਸ਼ਨ ਤੇ ਲਾ ਸਕਦੇ ਹਾਂ, ਕਿਉਂਕਿ ਕੁਝ ਕੁ ਹਾਇਰ ਪੋਜੀਸ਼ਨ ਵਾਲੀਆਂ ਜਿਹੜੀਆਂ ਹੁੰਦੀਆਂ ਜੀ, ਜਿਵੇਂ ਕਿ ਹੋ ਗਿਆ ਪੋਲੀਟੀਸ਼ੀਅਨ ਹੋ ਗਿਆ ਜਾਂ ਟੀਚਰਸ ਹੋ ਗਏ, ਉਹਨਾਂ ਨੂੰ ਕੀ ਆ ਕਿ ਮੈਂ ਜਾਣੀ ਕਿ ਚਾਹੁੰਦਾ ਕਿ ਉਹ ਵਿਦ ਡਰੈਸ ਹੀ ਹੋਣੇ ਚਾਹੀਦੇ, ਇੱਕ ਪਾਰਟੀਕੂਲਰ ਯੂਨੀਫਾਰਮ ਉਹਨਾਂ ਦੀ ਹੋਣੀ ਚਾਹੀਦੀ। ਹਾਂਜੀ, ਕਨਕਲੂਜਨ ਤੇ ਥੋੜਾ ਜਿਹਾ ਕੰਮ ਹੋਰ ਹੋ ਸਕਦਾ ਸੀਗਾ, ਤੇ ਬਾਕੀ ਰੈਪੀਟੀਸ਼ਨਸ ਕੀਤੀਆਂ ਆਹ ਵਾਲੀਆਂ ਜੀ। ਤੇ ਜੇ ਆਪਾਂ GRA ਦੇਖੀਏ ਤਾਂ ਉਹਦੇ ਵਿੱਚ ਵੀ ਵਾਈਲ ਦਾ 2 ਵਾਰੀ ਯੂਜ਼ ਕੀਤਾ, ਤੇ ਜਾਨੀ ਕਿ ਜੋ GRA ਦੇ ਵਿੱਚ ਸਟਰਕਚਰਸ ਥੋੜੀਆਂ ਮੈਚ ਕਰਦੀਆਂ, ਥੋੜੀਆਂ ਜੀ। ਤੇ ਜ਼ਿਆਦਾਤਰ ਦੇਖੀਏ ਤਾਂ ਸਿੰਪਲ ਸੈਂਟੈਂਸ ਬਣਾਏ ਹੋਏ ਆ। ਇੱਥੇ ਆਪਾਂ ਨੂੰ ਇੱਕ ਕੰਪਾਊਂਡ ਮਿਲਿਆ ਬਿਲਕੁਲ ਇੱਕ ਹੋਰ ਜੀ। ਤੇ ਬਾਕੀ ਵੈਸੇ GRA ਚ ਇਹਨਾਂ ਨੇ ਕੰਪਾਊਂਡ ਵੀ ਲਾਇਆ ਜੀ, ਲਾਇਆ ਕੰਪਲੈਕਸ ਵੀ ਆ। ਫਿਰ ਇੱਥੇ ਇਹਨਾਂ ਨੇ ਵੌਇਸ ਫਾਰਮੇਸ਼ਨ ਲਾਈ ਹੈ ਜੀ, ਇੱਥੇ ਜਿਹੜੀ ਸੀਗੀ ਆਪਣੇ ਕੋਲੇ, ਕਿ ਜਿਹੜੇ ਆ ਦੇਖਿਓ ਧਿਆਨ ਨਾਲ ਆਹ ਵਾਲੀ ਚੀਜ਼, ਆ ਵੌਇਸ ਫਾਰਮੇਸ਼ਨ ਲਾਈ ਸੀ। ਓਕੇ ਜੀ। ਫਿਰ ਇਹਨਾਂ ਨੇ ਇੰਪੈਥੈਟਿਕ ਸਟਰਕਚਰਸ ਵੀ ਲਾਈਆਂ ਜੀ। ਇੰਪੈਥੈਟਿਕ ਜਿਹੜਾ ਉਹਨਾਂ ਨੇ ਇਨਕਲੂਡਿੰਗ ਕਹਿ ਕੇ ਵਿੱਚ ਦੱਸਿਆ ਕਿ ਕਿਹੜੀਆਂ ਚੀਜ਼ਾਂ, ਤਾਂ GRA ਦੇ ਵਿੱਚ ਵੀ ਵਧੀਆ ਲੈਵਲ ਸੀਗਾ ਜੀ, ਮਾੜਾ ਨਹੀਂ ਸੀ ਲੈਵਲ। ਤਾਂ ਜੇ ਆਪਾਂ ਕੋਰੈਂਸ ਤੇ ਕੁਇਜ਼ਨ ਚ ਦੇਖੀਏ, ਬਹੁਤ ਜ਼ਿਆਦਾ ਬੈਸਟ ਸੀਗਾ ਜੀ, ਫਰੀडम ਸ਼ੋ ਕੀਤੀ ਗਈ ਹੈ ਜੀ ਰਾਈਟਿੰਗ ਦੇ ਵਿੱਚ। ਤੇ ਜੇ ਤੁਸੀਂ ਟਾਸਕ ਰਿਸਪੌਂਸ ਵੀ ਜਮਾ ਸਹੀ ਸੀਗਾ, ਜੋ ਇਹਨਾਂ ਨੇ ਉੱਪਰ ਕਿਹਾ ਤੇ ਉਹਨਾਂ ਨੇ ਬਾਅਦ ਚੋਂ ਸਾਬਿਤ ਕੀਤਾ ਜੀ। ਲੈਕਸੀਕਲ ਰਿਸੋਰਸਸ ਦੇਖਿਆ ਜਾਵੇ ਤਾਂ ਵਧੀਆ ਸੀਗੇ, ਮੋਡੀਫਾਈ ਕੀਤੇ ਸੀਗੇ, ਬਟ ਇਹਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਦੇਖੀਏ ਤਾਂ ਥੋੜੇ ਜਿਹੇ ਵੀਕ ਸੀਗੇ ਜੀ, ਬਾਕੀਆਂ ਦੇ ਮੁਕਾਬਲੇ ਕਹਿ ਰਹੇ ਹਾਂ, ਕਿਉਂਕਿ ਬਾਕੀਆਂ ਦੇ ਵਿੱਚ ਲੈਕਸੀਕਲ ਰਿਸੋਰਸਸ ਤੇ ਕਾਫੀ ਜ਼ਿਆਦਾ ਧਿਆਨ ਦੇ ਦਿੰਦੇ। ਸੋ ਮੈਨੂੰ ਯੈਸ ਔਰ ਨੋ ਦੱਸ ਦਿਓ ਜੀ ਕਿ ਜੋ ਐਸੇ ਆਪਾਂ ਕੀਤਾ ਵਾ ਤਾਂ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਜੀ।